ਲੜੀਵਾਰ ਗੁਰਬਾਣੀ ਸ਼ਬਦ ਵਿਚਾਰ। ਭਗਤ ਕਬੀਰ ਸਾਹਿਬ ਜੀ ਦੇ ਪਾਵਨ ਸ਼ਲੋਕ ਭਾਈ ਸਾਹਿਬ ਜੀ ਪਾਸੋਂ ਆਪ ਜੀਆਂ ਨੇ ਸਰਵਨ ਕੀਤੇ। ਅੱਜ ਦੇ ਅੰਮ੍ਰਿਤਮਈ ਬਚਨਾਂ ਦੀ ਵਿਚਾਰ ਨਾਲ ਸਾਂਝ ਪਾਉਣ ਵਾਸਤੇ ਜੋ ਸਮਾਂ ਪ੍ਰਾਪਤ ਹੋ ਰਿਹਾ ਹੈ, ਮਨ ਬਿਰਤੀਆਂ ਨੂੰ ਇਕਾਗਰ ਕਰਦੇ ਹੋਏ ਨਿਮਾਣੇ ਜੇ ਹੋ ਕੇ ਸਤਿਗੁਰੂ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਜੁੜਨ ਦਾ ਯਤਨ ਕਰੀਏ। ਕਬੀਰ ਸਾਹਿਬ ਜੀ ਜੋ ਅੰਮ੍ਰਿਤਮਈ ਬਚਨ ਪਾਵਨ ਸ਼ਲੋਕਾਂ ਦੇ ਰਾਹੀਂ ਸਾਨੂੰ ਮਨੁੱਖੀ ਦੁਨਿਆਵੀ ਵਿਕਾਰੀ ਜੀਵਨ ਵਾਲਿਆਂ ਨੂੰ ਜੋ ਸਮਝਾਉਣਾ ਚਾਹੁੰਦੇ ਨੇ, ਇੱਕ ਮਨ ਇੱਕ ਚਿੱਤ ਹੋ ਕੇ ਸਮਝਣ ਦਾ ਯਤਨ ਕਰੀਏ ਜੀ। ਵਾਹਿਗੁਰੂ ਸਾਹਿਬ ਜੀ। ਸ਼ਲੋਕ ਭਗਤ ਕਬੀਰ ਜੀਓ ਕੇ। ਇਕ ਓੰਕਾਰ ਸਤ ਗੁਰ ਪ੍ਰਸਾਦ। ਕਬੀਰ ਗੂੰਗਾ ਹੁਆ ਬਾਵਰਾ। ਬਹਰਾ ਹੁਆ ਕਾਨ। ਪਾਵਹੁ ਤੇ ਪਿੰਗਲ ਪਿਆ। ਮਾਰਿਆ ਸਤਿਗੁਰ ਬਾਣ। ਆਪ ਜੀ ਰੋਜ਼ਾਨਾ ਇਸ ਅਸਥਾਨ ਤੋਂ ਲੜੀਵਾਰ ਗੁਰਬਾਣੀ ਸ਼ਬਦ ਵਿਚਾਰ ਭਗਤ ਕਬੀਰ ਸਾਹਿਬ ਜੀ ਦੇ ਪਾਵਨ ਸ਼ਲੋਕਾਂ ਦੀ ਵਿਚਾਰ ਨਾਲ ਜੁੜਦੇ ਆ ਰਹੇ ਹੋ। ਅੱਜ ਦੇ ਇਹ ਪਾਵਨ ਸ਼ਲੋਕ ਜੋ ਆਪ ਜੀ ਨੇ ਸਰਵਨ ਕੀਤੇ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਬਾਣੀ ਪਾਵਨ ਅੰਗ 1374 ਔਰ 75 ਦੇ ਉੱਪਰ ਸੁਭਾਏਮਾਨ ਨੇ। ਕਬੀਰ ਸਾਹਿਬ ਜੀ ਆਪਣੇ ਜੀਵਨ ਦੀ ਅਵਸਥਾ ਨੂੰ ਬਿਆਨ ਕਰਦੇ ਨੇ ਕਿ ਜਦੋਂ ਪਰਮੇਸ਼ਵਰ ਦੇ ਹੁਕਮ ਅਨੁਸਾਰ ਇਹ ਮਨੁੱਖਾ ਦੇਹੀ ਦੀ ਪ੍ਰਾਪਤੀ ਹੋਈ ਔਰ ਇਸ ਮਨੁੱਖਾ ਦੇਹੀ ਦੇ ਵਿੱਚ ਦੋ ਤਲ ਤੇ ਜੋ ਸਾਡਾ ਜੀਵਨ ਹੈ, ਆਤਮਿਕ ਤਲ ਤੇ ਔਰ ਸਰੀਰਕ ਤਲ ਤੇ। ਸਰੀਰਕ ਤਲ ਉਤੇ ਅਸੀਂ ਵੇਖ ਰਹੇ ਹਾਂ, ਸਾਡੇ ਅੱਖਾਂ ਵੀ ਨੇ, ਕੰਨ ਵੀ ਹੈ, ਜ਼ੁਬਾਨ ਵੀ ਹੈ, ਹੱਥ ਪੈਰ ਵੀ ਨੇ, ਔਰ ਤਕਰੀਬਨ ਹਰ ਇੱਕ ਇਨਸਾਨ ਨੂੰ ਇਹੀ ਪਤਾ ਹੈ ਕਿ ਜੇ ਅੱਖਾਂ ਤੋਂ ਜੇ ਕਿਸੇ ਨੂੰ ਦਿਖਾਈ ਨਹੀਂ ਦਿੰਦਾ ਤਾਂ ਉਹਨੂੰ ਨੇਤਰਹੀਣ ਜਾਂ ਅੰਧਾ ਸ਼ਬਦ ਵਰਤਿਆ ਜਾਂਦਾ ਹੈ। ਜੇ ਮੁਖ ਤੋਂ ਜ਼ੁਬਾਨ ਤੋਂ ਬੋਲਣ ਦੀ ਸਮਰੱਥਾ ਨਹੀਂ ਤਾਂ ਉਹਨੂੰ ਗੂੰਗਾ ਕਿਹਾ ਜਾਂਦਾ ਹੈ। ਕੰਨਾਂ ਤੋਂ ਸੁਣਨ ਦੀ ਸਮਰੱਥਾ ਨਾ ਹੋਵੇ ਤੇ ਅਸੀਂ ਕਹਿ ਦਿੰਦੇ ਹਾਂ ਇਹ ਬਹਿਰਾ ਹੈ। ਜਿਹਦੇ ਪੈਰ ਨਹੀਂ ਚੱਲਦੇ ਔਰ ਜਿਹਦਾ ਸਰੀਰ ਜਿਹੜਾ ਹੈ ਇਹ ਕੰਮ ਨਹੀਂ ਕਰਦਾ, ਉਹਨੂੰ ਪਿੰਗਲਾ ਕਿਹਾ ਜਾ ਸਕਦਾ ਹੈ। ਅਗਰ ਅਸੀਂ ਗਹਿਰਾਈ ਵਿੱਚ ਬਰੀਕੀ ਵਿੱਚ ਜਾ ਕੇ ਗੁਰਮਤਿ ਨੂੰ ਸਮਝਣ ਦਾ ਯਤਨ ਕਰਾਂਗੇ ਜਾਂ ਬਰੀਕੀ ਦੇ ਨਾਲ ਵੇਖਾਂਗੇ ਕਿ ਜਿਨ੍ਹਾਂ ਦੇ ਕੋਲ ਬਾਹਰ ਦੇ ਨੇਤਰਾਂ ਦੇ ਵਿੱਚ ਰੋਸ਼ਨੀ ਨਹੀਂ, ਕਿ ਉਹ ਮਨ ਕਰਕੇ ਪਰਮੇਸ਼ਵਰ ਦੇ ਨਾਮ ਨਾਲ ਜੁੜੇ ਨਹੀਂ ਹੋਏ। ਜਿਨ੍ਹਾਂ ਦੇ ਕੋਲ ਜਨਮ ਤੋਂ ਹੀ ਬੋਲਣ ਵਾਸਤੇ ਜ਼ੁਬਾਨ ਨਹੀਂ, ਜਨਮ ਤੋਂ ਹੀ ਗੂੰਗੇ ਨੇ, ਬਹਿਰੇ ਨੇ, ਨੇਤਰਹੀਣ ਨੇ, ਜਾਂ ਜਿਨ੍ਹਾਂ ਦੇ ਇਹ ਪੈਰ ਨਹੀਂ ਚੱਲਦੇ, ਕਿ ਉਹਨਾਂ ਦਾ ਮਨ, ਉਹਨਾਂ ਦੀ ਸੁਰਤ ਪਰਮੇਸ਼ਵਰ ਦੇ ਨਾਮ ਨਾਲ ਜੁੜੀ ਨਹੀਂ।
ਅਗਰ ਅਸੀਂ ਸਰਚ ਕਰਕੇ ਵੇਖੀਏ ਤੇ ਸਾਨੂੰ ਬਹੁਤ ਐਸੀਆਂ ਰੂਹਾਂ, ਐਸੇ ਸਰੀਰ ਮਿਲ ਜਾਣਗੇ ਕਿ ਜਿਨ੍ਹਾਂ ਦੇ ਕੋਲ ਬਾਹਰ ਦੇ ਨੇਤਰ ਨਹੀਂ, ਪਰ ਅੰਦਰ ਫਿਰ ਵੀ ਪਰਮੇਸ਼ਵਰ ਦੇ ਨਾਮ ਦੀਆਂ ਬਖਸ਼ਿਸ਼ਾਂ ਨੇ। ਉਹ ਗੁਰੂ ਘਰ ਦੇ ਵਿੱਚ ਹੀ ਆਪਾਂ ਵੇਖੀਏ ਵੀ ਕਿੰਨੇ ਐਸੇ ਗੁਰੂ ਘਰ ਦੇ ਕੀਰਤਨੀਏ ਸਿੰਘ ਨੇ ਜਿਹੜੇ ਨੇਤਰਹੀਣ ਨੇ, ਪਰ ਜਦੋਂ ਗੁਰਬਾਣੀ ਦਾ ਕੀਰਤਨ ਕਰਦੇ ਨੇ ਤੇ ਸੁਣਨ ਵਾਲਾ ਵੀ ਟਿਕ ਜਾਂਦਾ ਹੈ, ਸੁਣਨ ਵਾਲੇ ਨੂੰ ਵੀ ਰਸ ਆਉਂਦਾ ਹੈ। ਪਰ ਜੇ ਵੇਖਿਆ ਜਾਏ ਤੇ ਬਾਹਰ ਦੇ ਨੇਤਰਾਂ ਦੇ ਵਿੱਚ ਰੋਸ਼ਨੀ ਹੈ ਹੀ ਨਹੀਂ, ਪਰ ਹਿਰਦੇ ਵਿੱਚ ਉਹਨਾਂ ਦੇ ਹਜ਼ਾਰਾਂ ਸ਼ਬਦ ਜਿਹੜੇ ਨੇ ਅੰਦਰ ਹਿਰਦੇ ਵਿੱਚ ਵਸੇ ਨੇ। ਕਈ ਵਾਰ ਸੋਚੀਦਾ ਵੀ ਸਾਨੂੰ ਰੱਬ ਨੇ ਅੱਖਾਂ ਦਿੱਤੀਆਂ ਨੇ, ਅਸੀਂ ਤਾਂ ਗੁਰਬਾਣੀ ਨੂੰ ਸਾਹਮਣੇ ਵੇਖ ਕੇ ਪੜ੍ਹ ਕੇ ਵੀ ਉਨੇ ਸ਼ਬਦ ਹਿਰਦੇ ਵਿੱਚ ਨਹੀਂ ਵਸਾ ਸਕਦੇ ਜਿੰਨੇ ਸ਼ਬਦ ਜਿਨ੍ਹਾਂ ਨੂੰ ਮਾਲਕ ਨੇ ਜਨਮ ਤੋਂ ਨੇਤਰਾਂ ਦੇ ਵਿੱਚ ਰੋਸ਼ਨੀ ਨਹੀਂ ਦਿੱਤੀ, ਨੇਤਰਹੀਣ ਨੇ, ਪਰ ਹਜ਼ਾਰਾਂ ਸ਼ਬਦ ਉਹਨਾਂ ਨੇ ਆਪਣੇ ਹਿਰਦੇ ਵਿੱਚ ਵਸਾ ਲਏ। ਕਈ ਵਾਰ ਐਸੇ ਸਰੀਰ ਵੀ ਵੇਖਣ ਨੂੰ ਮਿਲਦੇ ਨੇ ਕਿ ਜਿਨ੍ਹਾਂ ਦੇ ਕੋਲ ਪੈਰ ਨਹੀਂ ਹੁੰਦੇ, ਇਹ ਪੈਰਾਂ ਦੇ ਨਾਲ ਇਹ ਲੱਤਾਂ ਨਹੀਂ ਹੁੰਦੀਆਂ, ਪਰ ਉਹ ਜਿਵੇਂ ਕਿਵੇਂ ਕਰਕੇ ਵੀ ਗੁਰੂ ਸਾਹਿਬ ਦੇ ਦਰ ਜਾਂ ਸੰਗਤ ਦੇ ਵਿੱਚ ਆਉਣ ਲਈ ਮਨ ਦੇ ਵਿੱਚ ਖਿੱਚ ਪੈਦਾ ਕਰਦੇ ਨੇ। ਉਹਨਾਂ ਅੰਦਰ ਭਾਵਨਾ ਹੁੰਦੀ ਹੈ, ਤੇ ਜਿਹੜਾ ਚੰਗਾ ਭਲਾ ਚੱਲਦਾ ਫਿਰਦਾ ਹੈ ਉਹਦੇ ਅੰਦਰ ਵੀ ਕਈ ਵਾਰ ਐਸੀ ਭਾਵਨਾ ਨਹੀਂ ਹੁੰਦੀ। ਕਈ ਵਾਰ ਐਸੇ ਸਰੀਰ ਸਾਨੂੰ ਵੇਖਣ ਨੂੰ ਮਿਲ ਜਾਂਦੇ ਨੇ ਜਿਨ੍ਹਾਂ ਦੇ ਕੋਲ ਇਹ ਹੱਥ ਨਹੀਂ, ਹੱਥ ਤਾਂ ਛੱਡੋ ਇਹ ਬਾਹਾਂ ਵੀ ਨਹੀਂ, ਪਰ ਉਹਨਾਂ ਦੇ ਅੰਦਰ ਵੀ ਭਾਵਨਾ ਹੁੰਦੀ ਹੈ ਕਿ ਅਸੀਂ ਸੰਗਤ ਕਰੀਏ, ਪਰਮੇਸ਼ਵਰ ਦੇ ਨਾਮ ਦੇ ਨਾਲ ਜੁੜੀਏ, ਪਰ ਜਿਨ੍ਹਾਂ ਦੇ ਕੋਲ ਚੰਗੇ ਭਲੇ ਨੇ ਕਈ ਵਾਰ ਉਹਦੇ ਅੰਦਰ ਉਹ ਭਾਵਨਾ ਨਹੀਂ ਹੁੰਦੀ। ਇਸ ਲਈ ਜੋ ਅਵਸਥਾ ਨੂੰ ਕਬੀਰ ਜੀ ਬਿਆਨ ਕਰਨਾ ਚਾਹੁੰਦੇ ਨੇ, ਇਹਨੂੰ ਸਮਝਣ ਦਾ ਯਤਨ ਕਰੀਏ ਕਿ ਸਾਡੇ ਕੋਲ ਅੱਖਾਂ ਨੇ, ਪਰ ਇਹ ਨੇਤਰ ਜਿਹੜੇ ਨੇ ਇਹਨਾਂ ਵਿੱਚ ਮੈਲ ਭਰੀ ਹੋਈ ਹੈ। ਸਾਡੇ ਕੋਲ ਕੰਨ ਨੇ, ਪਰ ਇਸ ਕੰਨਾਂ ਦੇ ਵਿੱਚ ਵੀ ਵਿਕਾਰਾਂ ਦੀ ਮੈਲ ਭਰੀ ਹੈ। ਸਾਡੇ ਕੋਲ ਜ਼ੁਬਾਨ ਹੈ, ਪਰ ਇਸ ਜ਼ੁਬਾਨ ਵਿੱਚ ਵੀ ਵਿਕਾਰਾਂ ਦੀ ਮੈਲ। ਸਾਡੇ ਕੋਲ ਨਿੰਦਾ ਹੈ, ਚੁਗਲੀ ਹੈ, ਬੁਰੀਆਈ ਹੈ। ਇਹ ਹੱਥ ਨੇ, ਇਹ ਹੱਥ ਮਾੜਾ ਕਰਦੇ ਨੇ, ਪੈਰ ਜਿਹੜੇ ਨੇ ਮਾੜੇ ਵਾਲੇ ਪਾਸੇ ਨੂੰ, ਮਾੜੀ ਸੰਗਤ ਨੂੰ, ਮਾੜੇ ਰਾਹ ਨੂੰ ਜਾਂਦੇ ਨੇ। ਇਸ ਲਈ ਕਬੀਰ ਜੀ ਕਹਿੰਦੇ, ਜਦੋਂ ਮੈਂ ਸਤਿਗੁਰੂ ਸੱਚਾ ਗਿਆਨ ਪ੍ਰਾਪਤ ਕੀਤਾ ਤੇ ਜਿਹੜਾ ਮੈਨੂੰ ਸੱਚਾ ਗੁਰ, ਸੱਚਾ ਗੁਰੂ ਮਿਲਿਆ, ਉਸ ਗੁਰੂ ਨੇ ਮੈਨੂੰ ਐਸਾ ਇੱਕ ਬਾਣ, ਐਸਾ ਇੱਕ ਤੀਰ ਮਾਰਿਆ, ਜਿਸ ਤੀਰ ਦੇ ਲੱਗਣ ਦੇ ਨਾਲ ਕੀ ਹੋਇਆ, ਮੈਂ ਅਸਲ ਦੇ ਵਿੱਚ ਗੂੰਗਾ ਹੋ ਗਿਆ, ਬਹਿਰਾ ਹੋ ਗਿਆ, ਪਿੰਗਲਾ ਹੋ ਗਿਆ। ਉਹ ਹੁਣ ਸਰੀਰ ਦੀ ਅਵਸਥਾ ਨਹੀਂ, ਇਹ ਹੁਣ ਮਨ ਦੀ ਅਵਸਥਾ ਹੈ। ਜਿਹੜਾ ਸਤਿਗੁਰੂ ਨੇ ਗਿਆਨ ਦਾ ਤੀਰ ਮੇਰੇ ਤੇ ਮਾਰਿਆ, ਚਲਾਇਆ, ਉਹਦੇ ਨਾਲ ਕੀ ਹੋਇਆ, ਮੇਰੇ ਮਨ ਦੇ ਉੱਤੇ ਉਹਦਾ ਅਸਰ ਹੋਇਆ, ਜਿਹਦੇ ਨਾਲ ਮੈਂ ਗੂੰਗਾ, ਬਹਿਰਾ ਤੇ ਪਿੰਗਲਾ ਹੋ ਗਿਆ। ਇਹਦਾ ਮਤਲਬ ਕਿ ਹੁਣ ਮੈਂ ਕੋਈ ਨਿੰਦਾ ਚੁਗਲੀ ਵਾਲੇ ਪਾਸੇ ਨਹੀਂ ਜਾਂਦਾ। ਹੁਣ ਇਹਨਾਂ ਨੇਤਰਾਂ ਦੇ ਰਾਹੀਂ ਮਾੜਾ ਤੱਕਣਾ ਜਿਹੜਾ ਉਹ ਨਹੀਂ ਹੈ। ਇਹਨਾਂ ਪੈਰਾਂ ਦੇ ਰਾਹੀਂ ਹੁਣ ਮਾੜੀ ਸੰਗਤ ਵਿੱਚ ਜਾਣਾ, ਮਾੜੇ ਪਾਸੇ ਨੂੰ ਜਾਣਾ, ਇਹ ਹੁਣ ਬਿਲਕੁਲ ਖਤਮ ਹੋ ਗਿਆ, ਕਿਉਂਕਿ ਸਤਿਗੁਰੂ ਨੇ ਬਾਣ ਹੀ ਐਸਾ ਮਾਰ ਦਿੱਤਾ ਕਿ ਮੈਨੂੰ ਬੁਰਿਆਈ ਵਾਲੇ ਪਾਸੇ ਤੋਂ ਬਚਾ ਲਿਆ। ਪਹਿਲੇ ਕੀ ਹੁੰਦਾ ਸੀ, ਬੁਰੇ ਕਰਮ ਕਰਨ ਲਈ ਅੱਖਾਂ ਖੁੱਲ ਜਾਂਦੀਆਂ ਸੀ। ਬੁਰੇ ਕਾਮ ਕੋ ਊਠ ਖਲੋਇਆ, ਨਾਮ ਕੀ ਵੇਲਾ ਪੈ ਪੈ ਸੋਇਆ। ਜਦੋਂ ਤਾਂ ਬੁਰਾ ਕਰਮ ਕਰਨਾ ਸੀ ਉਦੋਂ ਤੇ ਅੱਖਾਂ ਖੁੱਲ ਜਾਂਦੀਆਂ ਸੀ, ਦਿਸਣ ਲੱਗ ਜਾਂਦਾ, ਤੇ ਜਦੋਂ ਕਿਤੇ ਪਰਮੇਸ਼ਵਰ ਦੇ ਨਾਮ ਦਾ ਅਭਿਆਸ ਕਰਨਾ, ਅੱਖਾਂ ਬੰਦ ਹੋ ਜਾਂਦੀਆਂ ਸੀ, ਦਿਸਦਾ ਕੁਝ ਨਹੀਂ ਸੀ। ਜਦੋਂ ਤੇ ਕਿਸੇ ਦੀ ਬੁਰਿਆਈ ਸੁਣਨੀ ਸੀ ਉਦੋਂ ਤਾਂ ਕੰਨ ਦੇ ਪਰਦੇ ਖੁੱਲ ਜਾਂਦੇ ਸੀ,
ਤੇ ਜਦੋਂ ਸੱਚ ਦੀ ਗੱਲ, ਪਰਮੇਸ਼ਵਰ ਦੇ ਨਾਮ ਦੀ ਗੱਲ ਸੁਣਨੀ ਤਾਂ ਇਹ ਕੰਨ ਬੰਦ ਹੋ ਜਾਂਦੇ ਸੀ। ਜਦੋਂ ਤਾਂ ਸੱਚੇ ਮਾਰਗ ਤੇ ਚੱਲਣ ਦੀ ਗੱਲ ਹੋਵੇ ਉਦੋਂ ਤਾਂ ਇਹ ਪੈਰ ਜਿਹੜੇ ਨੇ ਇਹ ਕਮਜ਼ੋਰ ਪੈ ਜਾਂਦੇ ਨੇ, ਇਹ ਪੈਰ ਚੱਲਦੇ ਹੀ ਨਹੀਂ, ਹਿਲਦੇ ਹੀ ਨਹੀਂ। ਤੇ ਜਦੋਂ ਮਾੜੇ ਪਾਸੇ ਨੂੰ ਇਹਨਾਂ ਨੂੰ ਲਿਜਾਣਾ ਹੋਵੇ ਤੇ ਪੈਰ ਭੱਜ ਕੇ ਜਾਂਦੇ ਨੇ। ਇਹਨਾਂ ਹੱਥਾਂ ਨਾਲ ਮਾੜਾ ਕਰਨਾ ਹੋਵੇ ਤੇ ਹੱਥ ਬੜੀ ਛੇਤੀ ਉੱਠਦੇ ਨੇ। ਚੰਗਾ ਕੰਮ, ਭਲੇ ਦਾ ਕੰਮ ਕਰਨਾ ਹੋਵੇ, ਕਿਸੇ ਦਾ ਭਲਾ ਕਰਨਾ ਹੋਵੇ ਤੇ ਉਦੋਂ ਇਹ ਹੱਥ ਚੱਲਦੇ ਨਹੀਂ। ਪਰ ਹੁਣ ਕੀ ਹੋਇਆ? ਹੁਣ ਉਲਟ ਹੋ ਗਿਆ। ਹੁਣ ਇਹ ਮਾੜੇ ਵਾਲੇ ਪਾਸੇ ਨਹੀਂ ਚੱਲਦੇ। ਸਾਨੂੰ ਆਖਿਆ ਸੀ ਚੱਲਣਾ ਹੈ ਤਾਂ ਇਹਨਾਂ ਪੈਰਾਂ ਦੇ ਨਾਲ ਤੂੰ ਉਸ ਮਾਰਗ ਤੇ ਚੱਲ ਜਿਸ ਮਾਰਗ ਤੇ ਤੁਰਿਆ ਤੈਨੂੰ ਉਹ ਗੋਬਿੰਦ ਪਰਮੇਸ਼ਵਰ ਦੀ ਪ੍ਰਾਪਤੀ ਹੋ ਜਾਏ। ਚਰਨ ਚਲੋ ਮਾਰਗ ਗੋਬਿੰਦ, ਜਿਹੜਾ ਗੋਬਿੰਦ ਦਾ ਮਾਰਗ ਹੈ, ਸੱਚ ਦਾ ਮਾਰਗ ਹੈ, ਤੂੰ ਉਹਦੇ ਉੱਤੇ ਇਹਨਾਂ ਪੈਰਾਂ ਨੂੰ ਚਲਾ। ਪਰ ਉਦੋਂ ਚੱਲਦੇ ਨਹੀਂ ਸੀ ਪੈਰ, ਇਹ ਤਾਂ ਮਾੜੇ ਵਾਲੇ ਪਾਸੇ ਚੱਲਦੇ ਸੀ। ਉਹਦਾ ਕਾਰਨ ਕੀ ਸੀ ਕਿ ਦਿਮਾਗ ਦੇ ਉੱਤੇ ਸੰਸਾਰ ਰੂਪੀ ਮਾਇਆ ਦਾ ਪ੍ਰਭਾਵ ਪਿਆ ਸੀ। ਐਸਾ ਪ੍ਰਭਾਵ ਪਿਆ ਸੀ ਕਿ ਮਾਇਆ ਧਾਰੀ ਅਤ ਅੰਨਾ ਬੋਲਾ, ਇਹ ਅੰਨਾ ਵੀ ਸੀ ਤੇ ਬੋਲਾ ਵੀ ਸੀ। ਪਰ ਗੁਰੂ ਸਾਹਿਬ ਨੇ ਐਸਾ ਤੀਰ ਮਾਰ ਦਿੱਤਾ ਕਿ ਹੁਣ ਸੱਚ ਵਾਲੇ ਪਾਸੇ ਜਿਹੜਾ ਇਹਨੂੰ ਦਿਖਾਈ ਵੀ ਦਿੰਦਾ ਹੈ, ਸੁਣਾਈ ਵੀ ਦਿੰਦਾ ਹੈ, ਚੱਲਦਾ ਵੀ ਹੈ, ਭਲੇ ਦੇ ਕਾਰਜ ਵੀ ਕਰਦਾ ਹੈ। ਹੁਣ ਮਾੜੇ ਵਾਲੇ ਪਾਸੇ ਜਿਹੜਾ ਇਹ ਚੱਲਦਾ ਨਹੀਂ ਹੈ, ਕਿਉਂਕਿ ਉਹ ਗੂੰਗਾ ਤੇ ਬਹਿਰਾ ਹੋ ਗਿਆ, ਪਿੰਗਲਾ ਹੋ ਗਿਆ। ਜਾਂ ਇੱਕ ਸ਼ਬਦ ਗੁਰਬਾਣੀ ਵਿੱਚ ਗੁਰੂ ਅੰਗਦ ਦੇਵ ਮਹਾਰਾਜ ਪਾਤਸ਼ਾਹ ਜੀ ਦਾ ਆਉਂਦਾ ਹੈ, ਉਹ ਆਪਾਂ ਪਿਛਲੇ ਸਮੇਂ 'ਚ ਵਿਚਾਰਿਆ ਵੀ ਸੀ। ਅੱਜ ਉਹ ਸ਼ਬਦ ਇੱਥੇ ਢੁਕਦਾ ਹੈ। ਗੁਰੂ ਅੰਗਦ ਦੇਵ ਮਹਾਰਾਜ ਨੇ ਕਿਹਾ ਸੀ ਗੁਰਬਾਣੀ ਨੂੰ ਪੜ੍ਹੋ, ਗੁਰਬਾਣੀ ਨੂੰ ਸਮਝੋ। ਗੁਰਬਾਣੀ ਨੂੰ ਜਦੋਂ ਤੁਸੀਂ ਮਨ ਦੇ ਤਲ ਤੇ, ਮਾਨਸਿਕ ਤਲ ਤੇ ਗੁਰਬਾਣੀ ਨੂੰ ਜਦੋਂ ਤੁਸੀਂ ਪੜ੍ਹ ਕੇ ਸਮਝ ਲਓਗੇ ਨਾ, ਉਸ ਦਿਨ ਕੀ ਹੋਏਗਾ? ਅੱਖੀਂ ਵਾਜੋਂ ਵੇਖਣਾ ਵਿਨ ਕੰਨਾਂ ਸੁਣਨਾ। ਉਸ ਦਿਨ ਤੁਹਾਡੇ ਕੋਲ ਅੱਖਾਂ ਤੇ ਨੇ, ਪਰ ਇਹ ਅਵਸਥਾ ਹੈ ਅੱਖੀਂ ਵਾਜੋਂ ਵੇਖਣਾ। ਤੁਹਾਡੇ ਕੋਲ ਕੰਨ ਤਾਂ ਹੈ ਪਰ ਕੰਨਾਂ ਤੋਂ ਬਿਨਾਂ ਸੁਣਨਾ। ਇਹ ਅਵਸਥਾ ਹੈ ਜਦੋਂ ਤੀਰ ਆ ਕੇ ਗੁਰਬਾਣੀ ਦਾ ਸਾਡੇ ਵੱਜਣਾ। ਵੀ ਮਾੜਾ ਜਿਹੜਾ ਰਸਤਾ ਉਹ ਦਿਖਾਈ ਨਹੀਂ ਦਿੰਦਾ। ਮਾੜੇ ਬੋਲ ਹੁਣ ਕੰਨਾਂ ਦੇ ਵਿੱਚ ਪੈਂਦੇ ਨਹੀਂ, ਜੇ ਪੈਂਦੇ ਨੇ ਤੇ ਸੁਣਾਈ ਨਹੀਂ ਦਿੰਦਾ। ਅੱਖੀਂ ਬਾਝੋਂ ਵੇਖਣਾ ਬਿਨ ਕੰਨਾਂ ਸੁਣਨਾ, ਪੈਰਾਂ ਬਾਝੋਂ ਚੱਲਣਾ ਵਿਣ ਹੱਥਾਂ ਕਰਨਾ। ਕਹਿਣ ਲੱਗੇ ਆਹ ਅਵਸਥਾ ਹੈ, ਜੇਬਾਂ ਬਾਝੋਂ ਬੋਲਣਾ ਇਉਂ ਜੀਵਤ ਮਰਨਾ। ਜੀਵ ਤਾਂ ਹੈ ਪਰ ਜ਼ੁਬਾਨ ਤੋਂ ਬਿਨਾਂ ਬੋਲਣਾ। ਕੰਨ ਤੇ ਹੈ, ਕੰਨਾਂ ਤੋਂ ਬਿਨਾਂ ਸੁਣਨਾ। ਪੈਰਾਂ ਬਾਝੋਂ ਚੱਲਣਾ, ਪੈਰ ਤੇ ਨੇ ਪਰ ਪੈਰਾਂ ਤੋਂ ਬਿਨਾਂ ਚੱਲਣਾ। ਵਿਣ ਹੱਥਾਂ ਕਰਨਾ, ਹੱਥ ਤੇ ਨੇ ਪਰ ਹੱਥਾਂ ਤੋਂ ਬਿਨਾਂ ਕਾਰਜ ਕਰਨਾ। ਕਿਉਂਕਿ ਹੁਣ ਇਹ ਅਵਸਥਾ ਮਾਨਸਿਕ ਤਲ ਦੀ ਹੈ। ਤੀਰ ਸਰੀਰ ਨੂੰ ਨਹੀਂ ਵੱਜਣਾ। ਗੁਰਬਾਣੀ ਦਾ ਤੀਰ ਜਿਹੜਾ ਹੈ, ਇਹ ਤੀਰ ਸਰੀਰ ਨੂੰ ਨਹੀਂ ਵੱਜਣਾ, ਇਹ ਤੀਰ ਵੱਜਣਾ ਸਾਡੇ ਮਨ ਨੂੰ। ਸਾਡੇ ਮਨ ਦੀ ਹਾਲਤ ਵਿਗੜੀ ਹੋਈ ਹੈ। ਕਸੂਰ ਇਹਨਾਂ ਅੱਖਾਂ ਦਾ, ਇਹ ਜ਼ੁਬਾਨ ਦਾ, ਇਹ ਕੰਨਾਂ ਦਾ ਤੇ ਹੱਥ ਪੈਰ ਦਾ ਨਹੀਂ ਹੈ। ਇਹ ਤਾਂ ਇੱਕ ਸਿਸਟਮ ਹੈ, ਉਸ ਮਸ਼ੀਨਰੀ ਦੀ ਤਰ੍ਹਾਂ ਇਹ ਪਾਰਟ ਨੇ ਜਿਹੜੇ ਕੰਮ ਕਰਦੇ ਨੇ। ਪਰ ਇਹ ਕੰਮ ਕਿਵੇਂ ਕਰ ਰਹੇ ਨੇ? ਮਨ ਦੇ ਤਲ ਤੇ। ਇਹਨਾਂ ਨੂੰ ਜੇ ਹੱਥ ਪੈਰ ਹਿਲਦੇ ਨੇ, ਅੱਖਾਂ ਚੱਲਦੀਆਂ, ਜ਼ੁਬਾਨ ਚੱਲਦੀ ਹੈ, ਇਹ ਮਨ ਦੇ ਤਲ ਤੇ ਹੈ। ਜੇ ਮਾਨਸਿਕ ਤਲ ਵਿਗੜਿਆ ਹੋਏਗਾ ਤੇ ਸਾਡੇ ਹੱਥ ਪੈਰ ਨੱਕ ਕੰਨ ਵੀ ਵਿਗੜੇ ਹੋਣਗੇ। ਜੇ ਸਾਡਾ ਮਾਨਸਿਕ ਸੰਤੁਲਨ ਠੀਕ ਹੋਏਗਾ, ਸਾਡੇ ਮਾਨਸਿਕ ਤਲ ਤੇ ਅਵਸਥਾ ਚੰਗੀ ਹੋਏਗੀ, ਤਾਂ ਫਿਰ ਸਾਡੇ ਅੱਖਾਂ, ਕੰਨ, ਜ਼ੁਬਾਨ, ਹੱਥ ਪੈਰ ਸਹੀ ਕੰਮ ਕਰਨਗੇ, ਸਹੀ ਤਰੀਕੇ ਦੇ ਨਾਲ ਇਹ ਕੰਮ ਕਰਨਗੇ। ਹੁਣ ਮਨ ਕੀ ਹੈ? ਮਨ ਵਿਗੜਿਆ ਹੋਇਆ। ਮਨ ਦੇ ਵਿਗੜਨ ਦੇ ਨਾਲ ਇਹ ਜਿਹੜੇ ਸਾਡੇ ਹੱਥ ਪੈਰ ਨੇ, ਇਹ ਚੰਗੇ ਕੰਮ ਨਹੀਂ ਕਰਦੇ। ਸਾਡੇ ਨੇਤਰ ਚੰਗੇ ਵਾਲੇ ਪਾਸੇ ਨੂੰ ਨਹੀਂ ਵੇਖਦੇ, ਕੰਨ ਚੰਗਾ ਨਹੀਂ ਸੁਣਦੇ, ਜ਼ੁਬਾਨ ਚੰਗਾ ਨਹੀਂ ਬੋਲਦੀ।
ਹੁਣ ਗੁਰੂ ਸਾਹਿਬ ਨੇ ਕੀ ਕੀਤਾ? ਗੁਰੂ ਸਾਹਿਬ ਨੇ ਬਾਣੀ ਦਾ ਤੀਰ ਮਾਰਿਆ। ਜਦੋਂ ਇਹ ਤੀਰ ਆ ਕੇ ਵੱਜਾ, ਹੁਣ ਤੀਰ ਤਾਂ ਰੋਜ਼ ਗੁਰਬਾਣੀ ਦੇ ਚੱਲਦੇ ਨੇ, ਪਰ ਮਾਫ ਕਰਨਾ, ਇਹ ਵੱਜਦਾ ਕਿਸੇ ਕਿਸੇ ਨੂੰ ਹੈ। ਅਸੀਂ ਰੋਜ਼ ਇਹ ਭਾਵਨਾ ਬਣਾ ਕੇ ਜੁੜੀਏ, ਬੈਠੀਏ, ਭਾਵੇਂ ਇੱਥੇ ਬੈਠੇ ਹਾਂ, ਭਾਵੇਂ ਘਰ 'ਚ ਬੈਠੇ ਹਾਂ, ਅਸੀਂ ਇਹ ਭਾਵਨਾ ਬਣਾ ਕੇ ਬੈਠੀਏ ਕਿ ਅੱਜ ਕਿਤੇ ਗੁਰੂ ਸਾਹਿਬ ਮਿਹਰ ਕਰ ਦਿਓ, ਇੱਕ ਤੀਰ ਆ ਕੇ ਸਾਡੇ ਵੱਜ ਜਾਏ। ਤੀਰ ਤਾਂ ਰੋਜ਼ ਨਿਤਨੇਮ ਕਰਦੇ ਹੋ, ਤੀਰ ਚੱਲਦੇ ਹੀ ਨੇ ਗੁਰਬਾਣੀ 'ਚੋਂ। ਇੱਕ ਇੱਕ ਤੀਰ ਚੱਲਦਾ। ਜਦੋਂ ਜਪਜੀ ਸਾਹਿਬ ਦੇ ਪਾਠ ਦਾ ਅਭਿਆਸ ਕਰਦੇ ਹੋ, ਕਿੰਨੇ ਤੀਰ ਉਹਦੇ ਵਿੱਚ ਚੱਲਦੇ। ਬਾਣੀ ਦਾ ਅਭਿਆਸ ਕਰਦੇ ਹਾਂ, ਰੋਜ਼ ਕੀਰਤਨ ਹੁੰਦਾ ਹੈ, ਇੱਕ ਇੱਕ ਸ਼ਬਦ ਦੇ ਵਿੱਚ ਤੀਰ ਚੱਲਦਾ ਹੈ, ਵਿਚਾਰ ਹੋ ਰਹੀ ਹੈ। ਕਬੀਰ ਜੀ ਇੱਕ ਇੱਕ ਸ਼ਲੋਕ ਵਿੱਚ ਤੀਰ ਚਲਾਉਂਦੇ, ਪਰ ਇਹ ਵੱਜਦਾ ਕਿਸੇ ਕਿਸੇ ਦੇ ਆ। ਜਿਹਦੇ ਵੱਜ ਜਾਏ ਉਹਦੀ ਆ ਹਾਲਤ ਹੋ ਜਾਂਦੀ ਹੈ। ਔਰ ਇਹ ਹਾਲਤ ਮਾੜੀ ਨਹੀਂ ਹੁੰਦੀ, ਇਹ ਚੰਗੀ ਹੋ ਜਾਂਦੀ ਹੈ। ਅਸੀਂ ਚਾਹੁੰਦੇ ਹਾਂ ਕਿ ਸਾਡੀ ਹਾਲਤ ਵੀ ਇਸ ਕਬੀਰ ਜੀ ਦੇ ਵਾਂਗ ਹੋ ਜਾਏ। ਜਿਵੇਂ ਕਬੀਰ ਜੀ ਕਹਿੰਦੇ ਆ, ਮੇਰੀ ਹਾਲਤ ਹੋ ਗਈ ਹੈ। ਆਹ ਵਾਲੀ ਜਿਹੜੇ ਅੱਜ ਦਾ ਇਹ ਸ਼ਲੋਕ ਤੁਸੀਂ ਸੁਣਿਆ, ਅਸੀਂ ਬਾਣੀ ਪੜ੍ਹੀਏ, ਸੁਣੀਏ, ਭਾਵੇਂ ਕਥਾ ਹੋਵੇ, ਕੀਰਤਨ ਹੋਵੇ, ਜਾਂ ਸਾਡਾ ਆਪਣਾ ਨਿਤ ਦਾ ਨੇਮ ਹੋਵੇ, ਬਾਣੀ ਦਾ ਅਭਿਆਸ ਹੋਵੇ, ਇਹ ਸੋਚ ਕੇ ਬੈਠੋ, ਜੁੜ ਜਾਓ ਕਿ ਅੱਜ ਇੱਕ ਤੀਰ ਕਿਤੇ ਆ ਕੇ ਮੇਰੇ ਮਨ ਤੇ ਵੱਜ ਜਾਏ, ਜਿਹਦੇ ਨਾਲ ਮੇਰਾ ਵਿਗੜਿਆ ਹੋਇਆ ਮਨ ਸੁਧਰ ਜਾਏ, ਮੇਰੇ ਮਾਨਸਿਕ ਤਲ ਵਿੱਚ ਸੁਧਾਰ ਆ ਜਾਏ। ਅਸਲ ਵਿੱਚ ਬਾਹਰੋਂ ਅਸੀਂ ਕਹਿੰਦੇ ਹਾਂ ਵੀ ਬਾਹਰੋਂ ਸੁਧਾਰ ਹੋ ਜਾਏ, ਮਾਹੌਲ ਬਹੁਤ ਵਿਗੜਿਆ ਹੈ, ਸਮਾਜ ਬਹੁਤ ਵਿਗੜ ਗਿਆ, ਸਮਾਜ ਵਿੱਚ ਬੁਰਾਈਆਂ ਬਹੁਤ ਆ ਗਈਆਂ। ਹੁਣ ਅਸੀਂ ਸਮਾਜ ਦਾ ਸੁਧਾਰ ਕਰਨਾ ਚਾਹੁੰਦੇ ਹਾਂ, ਬੁਰਾਈਆਂ ਖਤਮ ਕਰਨਾ ਚਾਹੁੰਦੇ ਹਾਂ, ਪਰ ਬਾਹਰੋਂ ਚਾਹੁੰਦੇ ਹਾਂ। ਅਸੀਂ ਆਪਣੇ ਮਾਨਸਿਕ ਸੰਤੁਲਨ ਨੂੰ ਠੀਕ ਨਹੀਂ ਕਰਨਾ ਚਾਹੁੰਦੇ। ਅਸੀਂ ਆਪਣੇ ਵਿਗੜੇ ਹੋਏ ਮਨ ਨੂੰ ਸਿੱਧਾ ਨਹੀਂ ਕਰਨਾ ਚਾਹੁੰਦੇ। ਬਾਹਰੋਂ ਬੁਰਾਈਆਂ ਆਪੇ ਹੀ ਖਤਮ ਹੋ ਜਾਣਗੀਆਂ। ਜਿੰਨੀਆਂ ਵੀ ਸਮਾਜ ਵਿੱਚ ਅੱਜ ਬੁਰਾਈਆਂ ਨੇ, ਸਾਰੀਆਂ ਹੀ ਖਤਮ, ਸੁਧਾਰ ਹੋ ਜਾਏਗਾ ਇਸ ਸਮਾਜ ਦਾ। ਕਦੋਂ ਹੋਏਗਾ? ਜਦੋਂ ਸਾਡੀ ਮਾਨਸਿਕ ਹਾਲਤ ਠੀਕ ਹੋਏਗੀ। ਕਿ ਬੁਰਾਈਆਂ ਨੂੰ ਪੈਦਾ ਕੌਣ ਕਰ ਰਿਹਾ ਹੈ? ਜਿੰਨੀਆਂ ਵੀ ਸਮਾਜ ਵਿੱਚ ਬੁਰਾਈਆਂ ਨੇ, ਇਹਨਾਂ ਨੂੰ ਪੈਦਾ ਕਿਹਨੇ ਕੀਤਾ ਹੈ? ਸਾਡੇ ਮਾਨਸਿਕ ਤਲ ਨੇ। ਮਾਨਸਿਕ ਤਲ ਨੂੰ ਠੀਕ ਕਰ ਦਿਆਂਗੇ ਤੇ ਬੁਰਾਈਆਂ ਆਪੇ ਠੀਕ ਹੋ ਜਾਣਗੀਆਂ। ਗੰਦਗੀ ਆਪਣੇ ਆਪ ਸਾਫ਼ ਹੋ ਜਾਏਗੀ। ਗੰਦਗੀ ਬਾਹਰ ਨਹੀਂ, ਗੰਦਗੀ ਸਾਡੇ ਮਨ ਵਿੱਚ ਹੈ, ਸਾਡੇ ਦਿਮਾਗ ਵਿੱਚ ਹੈ। ਅਸੀਂ ਬਾਹਰ ਦੀ ਗੰਦਗੀ ਨੂੰ ਸਾਫ਼ ਕਰ ਰਹੇ ਹਾਂ, ਪਰ ਦਿਮਾਗ ਵਾਲੀ ਗੰਦਗੀ ਤੇ ਸਾਫ਼ ਨਹੀਂ ਹੋ ਰਹੀ। ਕਈ ਕਹਿੰਦੇ ਨੇ ਬਾਣੀ ਕਿਉਂ ਪੜ੍ਹਨੀ ਚਾਹੀਦੀ ਹੈ, ਸਿਮਰਨ ਕਿਉਂ ਕਰਨਾ ਚਾਹੀਦਾ ਹੈ, ਕੀਰਤਨ ਕਿਉਂ ਸੁਣਨਾ ਚਾਹੀਦਾ ਹੈ, ਸੰਗਤ ਕਿਉਂ ਕਰਨੀ ਚਾਹੀਦੀ? ਇਸੇ ਲਈ ਕਰਨੀ ਕਿ ਸਾਡੇ ਦਿਮਾਗ ਦੀ ਗੰਦਗੀ ਵੀ ਜਿਹੜੀ ਹੈ ਉਹ ਸਾਫ਼ ਹੋ ਜਾਏ। ਹੋਰ ਕੋਈ ਤਰੀਕਾ ਵੀ ਨਹੀਂ, ਹੋਰ ਕੋਈ ਜੁਗਤੀ ਵੀ ਨਹੀਂ। ਭਰੀਐ ਮਤ ਪਾਪਾ ਕਹਿ ਸੰਗ, ਉਹ ਧੋਪੈ ਨਾਮੈ ਕਹਿ ਰੰਗ। ਸਭ ਕਹਿੰਦੇ ਮਨ ਮੈਲਾ ਤਾਂ ਸਭ ਕੁਝ ਮੈਲਾ। ਜੇ ਤੇਰਾ ਮਨ ਹੀ ਮੈਲਾ, ਗੰਦਗੀ ਨਾਲ ਭਰਿਆ, ਤੇ ਤੇਰਾ ਸਾਰਾ ਜੀਵਨ ਹੀ ਗੰਦਗੀ ਨਾਲ, ਤੇਰੇ ਆਸ-ਪਾਸ ਸਾਰੀ ਗੰਦਗੀ ਹੀ ਗੰਦਗੀ ਹੈ, ਕਿਉਂਕਿ ਤੇਰੇ ਅੰਦਰ ਦਿਮਾਗ ਵਿੱਚ ਗੰਦਗੀ ਭਰੀ ਹੈ ਬੁਰਾਈਆਂ ਦੀ, ਵਿਕਾਰਾਂ ਦੀ। ਹੁਣ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਕਰਕੇ ਇਹ ਬੁਰਾਈਆਂ ਪੈਦਾ ਹੋਈਆਂ, ਪਰ ਬਾਹਰੋਂ ਸਰੀਰ ਕਰਕੇ ਵੇਖੋਗੇ ਤੇ ਲੱਗਦਾ ਹੀ ਨਹੀਂ ਵੀ ਇਹ ਕੰਮ ਹੀ ਹੋਏਗਾ। ਬਾਹਰੋਂ ਸਰੀਰ ਕਰਕੇ ਤਾਂ ਵੇਖੋਗੇ ਲੱਗਦਾ ਹੀ ਨਹੀਂ ਇਹ ਹੰਕਾਰੀ ਹੋਏਗਾ, ਵਿਕਾਰੀ ਹੋਏਗਾ। ਸਰੀਰ ਕਰਕੇ ਤਾਂ ਭੁਲੇਖਾ ਪੈਂਦਾ ਵੀ ਇਹ ਬੜਾ ਭਲੇ ਮਾਨਸ, ਚੰਗਾ ਹੋਏਗਾ, ਪਰ ਪਤਾ ਲੱਗਾ ਵੀ ਇਹ ਤੇ ਅੰਦਰੋਂ ਕਾਮੀ ਹੈ, ਕ੍ਰੋਧੀ ਹੈ, ਲੋਭੀ ਹੈ, ਹੰਕਾਰੀ ਹੈ। ਕਿੱਥੋਂ ਪਤਾ ਲੱਗਾ? ਮਾਨਸਿਕ ਤਲ ਤੋਂ। ਇਹ ਮਾਨਸਿਕ ਅਵਸਥਾ ਵਿੱਚ ਜਾ ਕੇ ਪਤਾ ਲੱਗਾ ਵੀ ਇਹਦੀ ਹਾਲਤ ਕੀ ਹੈ, ਕਿੰਨੀ ਹਾਲਤ ਵਿਗੜੀ ਹੋਈ ਹੈ। ਸਰੀਰ ਕਰਕੇ ਤੇ ਅਸੀਂ ਚੰਗੇ ਭਲੇ। ਇਸ ਲਈ ਕਬੀਰ ਜੀ ਕਹਿੰਦੇ ਨੇ ਕਿ ਜਦੋਂ ਸਤਿਗੁਰੂ ਨੇ ਸੱਚੇ ਗਿਆਨ ਦਾ ਤੀਰ ਮੇਰੇ ਮਾਰਿਆ, ਉਹ ਤੀਰ ਵੱਜਣ ਦੇ ਨਾਲ ਕੀ ਹੋਇਆ? ਅੱਜ ਦੇ ਸ਼ਲੋਕ ਵੱਲ ਧਿਆਨ ਦੇਣਾ। ਕਬੀਰ ਗੂੰਗਾ ਹੂਆ ਬਾਵਰਾ। ਕਹਿੰਦੇ ਨੇ ਪਹਿਲਾਂ ਤੇ ਅਵਸਥਾ ਬਾਵਰਾ ਵਾਲੀ ਚਾਹੀਦੀ ਹੈ। ਬਾਵਰੇ ਦਾ ਅਰਥ ਹੈ
ਇਹ ਪਹਿਲਾਂ ਸੱਚ ਤੇ ਝੂਠ ਨੂੰ ਪਰਖਣ ਦੀ ਅਵਸਥਾ ਚਾਹੀਦੀ ਹੈ। ਇਹ ਸਿੱਧਾ ਤੀਰ ਆ ਕੇ ਇੱਕੋ ਵਾਰੀ ਨਹੀਂ ਵੱਜ ਜਾਣਾ ਵੀ ਆਪਾਂ ਇੱਕ ਸ਼ਬਦ ਸੁਣਿਆ ਤੇ ਤੀਰ ਵੱਜ ਗਿਆ। ਇੱਕ ਸ਼ਬਦ ਅਸੀਂ ਅਸੀਂ ਤੇ ਰੋਜ਼ ਕਿੰਨੇ ਸ਼ਬਦਾਂ ਦਾ ਅਭਿਆਸ ਕਰਦੇ ਹਾਂ। ਜਪਜੀ ਸਾਹਿਬ ਵਿੱਚ 38 ਪੌੜੀਆਂ ਦਾ ਤੇ ਅਭਿਆਸ ਆਪਾਂ ਰੋਜ਼ ਹੀ ਕਰਦੇ ਹਾਂ, ਪਰ ਕਿੰਨੀਆਂ ਕੁ ਹੁਣ ਤੱਕ ਪੌੜੀਆਂ ਚੜ੍ਹੀਆਂ, ਕਿੰਨੇ ਕੁ ਸਟੈਪ ਅੱਗੇ ਆਪਾਂ ਵਧਾਏ ਨੇ। ਜਿਹਨੂੰ ਪੌੜੀਆਂ ਨੂੰ ਚੜ੍ਹ ਕੇ ਚੜ੍ਹਿਆ ਹੋਏ 21 ਇੱਕਮਿਕ ਹੋ ਜਾਣਾ, ਉਸ ਮਾਲਕ ਦੇ ਵਿੱਚ ਲੀਨ ਹੋ ਜਾਣਾ। ਇਹ ਆਪਣੇ ਅੰਦਰ ਵੇਖੀ ਆਪਾਂ ਹੁਣ ਤੱਕ ਕਿੰਨੇ ਕੁ ਆਪਣੇ ਜੀਵਨ ਦੇ ਰਾਹ ਵਿੱਚ ਅਸੀਂ ਕਿੰਨੇ ਸਟੈਪ ਅੱਗੇ ਵੱਧ ਗਏ। ਇਸ ਲਈ ਪਹਿਲਾਂ ਬਾਵਰਾ ਹੋਣਾ ਪਏਗਾ, ਸਾਨੂੰ ਪਹਿਲਾਂ ਸੱਚ ਔਰ ਝੂਠ ਨੂੰ ਪਰਖਣਾ ਪਏਗਾ, ਮਾੜੇ ਤੇ ਚੰਗੇ ਦੀ ਸਮਝ ਰੱਖਣੀ ਪਏਗੀ। ਜਦੋਂ ਤੁਸੀਂ ਸੱਚ ਦੇ ਰਾਹ ਉੱਤੇ ਤੁਰਨ ਲੱਗੇ ਤੇ ਲੋਕ ਆਪੇ ਹੀ ਤੁਹਾਨੂੰ ਕਹਿਣਗੇ ਬਾਵਰਾ ਹੋ ਗਿਆ, ਕਿਉਂਕਿ ਝੂਠੇ ਬੰਦੇ ਨੂੰ ਤੇ ਕੋਈ ਕਹਿੰਦਾ ਹੀ ਨਹੀਂ ਇਹ ਕਮਲਾ ਹੈ, ਸੱਚ ਬੋਲਣ ਵਾਲੇ ਨੂੰ ਲੋਕ ਕਮਲਾ ਕਹਿੰਦੇ ਨੇ। ਸੱਚ ਬੋਲਣ ਵਾਲੇ ਨੂੰ, ਸੱਚ ਸਮਝਣ ਵਾਲੇ ਨੂੰ, ਸੱਚ ਦੇ ਰਾਹ ਤੇ ਤੁਰਨ ਵਾਲੇ ਨੂੰ, ਸੱਚੀਆਂ ਗੱਲਾਂ ਕਰਨ ਵਾਲੇ ਨੂੰ ਲੋਕ ਅਕਸਰ ਕਹਿੰਦੇ ਇਹ ਬਾਵਰਾ ਹੋ ਗਿਆ, ਇਹ ਕਮਲਾ ਹੋ ਗਿਆ। ਤੁਸੀਂ ਰੱਜ ਕੇ ਝੂਠ ਬੋਲੋ, ਰੱਜ ਕੇ ਠੱਗੀਆਂ ਕਰੋ, ਲੋਕ ਤੁਹਾਨੂੰ ਸਿਆਣਾ ਕਹਿਣਗੇ, ਕਮਲਾ ਨਹੀਂ ਕਹਿਣਗੇ, ਕਿਉਂਕਿ ਦੁਨੀਆ ਦੀ ਹਾਲਤ ਇਦਾਂ ਦੀ ਹੈ। ਪਰ ਜਦੋਂ ਤੁਸੀਂ ਸੱਚੀਆਂ ਖਰੀਆਂ ਗੱਲਾਂ ਕਰੋਗੇ ਤੇ ਲੋਕ ਕਹਿਣਗੇ ਇਹ ਕਮਲਾ ਹੋ ਗਿਆ। ਘਰ ਦੇ ਵਿੱਚ ਬੈਠਾ ਹੋਇਆ ਬਜ਼ੁਰਗ ਜਿਹਨੇ ਜ਼ਿੰਦਗੀ ਨੂੰ ਹੰਢਾਇਆ, ਜਿਹਨੂੰ ਪਤਾ ਹੈ ਕਿ ਇਸ ਜੀਵਨ ਵਿੱਚ, ਸੰਸਾਰ ਵਿੱਚ ਕਿਵੇਂ ਜਿਉਣਾ, ਉਹ ਜਦੋਂ ਬੱਚਿਆਂ ਨੂੰ ਅੱਗੋਂ ਬੋਲਦਾ ਬੈਠਾ ਤੇ ਬੱਚੇ ਕਹਿੰਦੇ ਸਾਡਾ ਬਾਪੂ ਤੇ ਕਮਲਾ ਹੋ ਗਿਆ। ਇੱਥੇ ਘਰ ਵਿੱਚ ਬੈਠਾ ਕੁਝ ਨਾ ਕੁਝ ਬੋਲੀ ਜਾਂਦਾ ਹੈ, ਬੋਲੀ, ਪਰ ਉਹ ਕਿਉਂ ਬੋਲਦਾ ਹੈ? ਕਿਉਂਕਿ ਉਹਨੇ ਦੁਨੀਆ ਵੇਖੀ ਹੈ, ਉਹਨੇ ਸੰਸਾਰ ਸਮਾਜ ਵੇਖਿਆ ਕਿ ਸਮਾਜ ਕਿੱਦਾਂ ਦਾ ਹੈ, ਸਮਾਜ ਵਿੱਚ ਬੁਰਾਈਆਂ ਕਿੱਦਾਂ ਦੀਆਂ, ਲੋਕ ਕਿੱਦਾਂ ਦੇ ਨੇ। ਇਸ ਲਈ ਉਹ ਸੱਚ ਕਹਿੰਦਾ ਹੈ, ਪਰ ਉਹਨਾਂ ਨੂੰ ਲੱਗਦਾ ਵੀ ਇਹ ਕਮਲੀਆਂ ਮਾਰਦਾ ਹੈ। ਜੇ ਉਹ ਅੱਜ ਦੇ ਫੈਸ਼ਨ ਦੀ ਤਰ੍ਹਾਂ, ਜੋ ਅੱਜ ਦਾ ਇਹ ਮਾਹੌਲ, ਉਸ ਮੁਤਾਬਕ ਗੱਲ ਕਰੇ ਤੇ ਫਿਰ ਉਹ ਬੜਾ ਸਿਆਣਾ। ਕਬੀਰ ਜੀ ਕਹਿੰਦੇ ਨੇ, ਹੋਇਆ ਕਿ ਕਬੀਰ ਗੂੰਗਾ ਹੁਆ ਬਾਵਰਾ। ਮੈਂ ਹੁਣ ਕੀ ਹੋਇਆ? ਗੂੰਗਾ ਹੋ ਗਿਆ। ਹੁਣ ਮੇਰੇ ਕੋਲ ਬੋਲਣ ਵਾਸਤੇ ਉਹ ਬੋਲ ਨਹੀਂ ਜਿਹਦੇ ਨਾਲ ਕਿਸੇ ਦੀ ਬੁਰਾਈ ਹੁੰਦੀ ਹੋਵੇ, ਜਿਹਦੇ ਨਾਲ ਮੁਖ ਤੋਂ ਕਿਸੇ ਲਈ ਮੰਦਾ ਬੋਲ ਨਿਕਲਦਾ ਹੋਵੇ, ਮਾੜਾ ਬੋਲ ਨਿਕਲਦਾ ਹੋਵੇ। ਇਹ ਹੁਣ ਗੂੰਗਾ ਹੋ ਗਿਆ। ਬਹਿਰਾ ਹੁਆ ਕਾਨ, ਤੇ ਕੰਨਾਂ ਤੋਂ ਬਹਿਰਾ ਹੋ ਗਿਆ। ਹੁਣ ਮੈਨੂੰ ਸੱਚ ਤਾਂ ਸੁਣਦਾ ਹੈ, ਪਰ ਜਦੋਂ ਕੋਈ ਕਿਸੇ ਦੀ ਨਿੰਦਾ, ਚੁਗਲੀ, ਬੁਰਾਈ ਕਰਦਾ ਫਿਰ ਮੈਨੂੰ ਨਹੀਂ ਸੁਣਦਾ, ਮੈਨੂੰ ਸੁਣਾਈ ਨਹੀਂ ਦਿੰਦਾ। ਕੋਈ ਕਿਸੇ ਦੀ ਬੁਰਾਈ ਕਰਦਾ ਕਰੀ ਜਾਏ, ਕੋਈ ਕਿਸੇ ਨੂੰ ਮਾੜਾ ਕਹਿੰਦਾ ਕਹੀ ਜਾਏ, ਪਰ ਮੈਨੂੰ ਨਹੀਂ ਸੁਣਦਾ, ਕਿਉਂਕਿ ਮੈਂ ਬਹਿਰਾ ਹੋ ਗਿਆ। ਝੂਠ ਵਾਲੇ ਪਾਸਿਓਂ, ਮਾੜੇ ਵਾਲੇ ਪਾਸਿਓਂ, ਵਿਕਾਰਾਂ ਵਾਲੇ ਪਾਸਿਓਂ ਕਬੀਰ ਜੀ ਕਹਿੰਦੇ ਮੈਂ ਗੂੰਗਾ ਵੀ ਹੋ ਗਿਆ ਤੇ ਬਹਿਰਾ ਵੀ ਹੋ ਗਿਆ। ਪਾਵੋਂ ਤੇ ਪਿੰਗਲ ਭਇਆ, ਪੈਰਾਂ ਤੋਂ ਮੈਂ ਪਿੰਗਲਾ ਵੀ ਹੋ ਗਿਆ। ਹੁਣ ਬਾਹਰ ਦੇ ਕਬੀਰ ਜੀ ਦੇ ਹੱਥ ਪੈਰ, ਕੰਨ, ਅੱਖਾਂ, ਜ਼ੁਬਾਨ ਕੰਮ ਕਰਦੀਆਂ ਨੇ। ਇਹ ਮਾਨਸਿਕ ਤਲ ਦੀ ਗੱਲ ਕਰ ਰਹੇ ਨੇ ਕਿ ਮੈਂ ਮਾਨਸਿਕ ਤਲ ਤੇ ਗੂੰਗਾ ਵੀ ਹੋ ਗਿਆ, ਬਹਿਰਾ ਵੀ ਹੋ ਗਿਆ, ਤੇ ਪਾਵੋਂ ਤੇ ਪਿੰਗਲ, ਮੈਂ ਪੈਰਾਂ ਤੋਂ ਪਿੰਗਲਾ ਵੀ ਹੋ ਗਿਆ। ਜੇ ਮੈਨੂੰ ਕੋਈ ਮਾੜੇ ਰਸਤੇ ਚੱਲਣ ਨੂੰ ਕਹੇ, ਮੇਰੇ ਕੋਲੋਂ ਚੱਲਿਆ ਹੀ ਨਹੀਂ ਜਾਂਦਾ। ਮਾੜੀ ਸੰਗਤ ਵਿੱਚ ਜਾਣ ਵਾਸਤੇ ਕੋਈ ਕਵੇ ਤੇ ਮੇਰੇ ਕੋਲੋਂ ਚੱਲਿਆ ਹੀ ਨਹੀਂ ਜਾਂਦਾ। ਕੋਈ ਮਾੜੇ ਕਰਮ ਕਰਾਉਣ ਵਾਸਤੇ ਮੈਨੂੰ ਨਾਲ ਲੈ ਕੇ ਜਾਣਾ ਚਾਹਵੇ ਤੇ ਮੇਰੇ ਕੋਲੋਂ ਚੱਲਿਆ ਹੀ ਨਹੀਂ ਜਾਣਾ, ਕਿਉਂਕਿ ਮੈਂ ਪਿੰਗਲਾ ਹੋ ਗਿਆ ਪੈਰਾਂ ਤੋਂ। ਇਹ ਹੋਇਆ ਕਿਵੇਂ? ਗੂੰਗਾ ਹੋ ਗਿਆ, ਬਹਿਰਾ ਹੋ ਗਿਆ, ਪਿੰਗਲਾ ਹੋ ਗਿਆ। ਕਬੀਰ ਜੀ ਇਹ ਕਿਵੇਂ ਹੋਇਆ? ਕਹਿੰਦੇ ਮਾਰਿਆ ਸਤਿਗੁਰ ਬਾਣ, ਮੇਰੇ ਸਤਿਗੁਰੂ ਜੀ ਨੇ ਇੱਕ ਬਾਣ ਐਸਾ ਮਾਰ ਦਿੱਤਾ। ਬਾਣ ਦਾ ਅਰਥ ਹੁੰਦਾ ਤੀਰ। ਕਹਿੰਦੇ ਮੇਰੇ ਸਤਿਗੁਰ, ਜਿਹੜਾ ਸੱਚਾ ਗੁਰੂ ਹੈ, ਜਿਹਦੇ ਕੋਲ ਸੱਚਾ ਗਿਆਨ ਹੈ। ਗੁਰੂ ਤਾਂ ਦੁਨੀਆ 'ਚ ਬਹੁਤ ਬੈਠੇ ਨੇ, ਜਿਹੜੇ ਨੇ ਕਰਮ ਕਾਂਡ ਕਰਾਉਣ ਵਾਲੇ, ਵਹਿਮਾਂ ਭਰਮਾਂ 'ਚ ਪਾਉਣ ਵਾਲੇ,
ਪਰ ਜਿਸ ਗੁਰੂ ਨੇ ਮੇਰੇ ਬਾਣ ਮਾਰਿਆ ਉਹ ਸਤਿਗੁਰ ਹੈ, ਸੱਚਾ ਗੁਰੂ। ਉਹਦੇ ਕੋਲ ਸੱਚ ਤੋਂ ਸਿਵਾ ਹੋਰ ਕੁਝ ਵੀ ਨਹੀਂ ਹੈ, ਉਹ ਸੱਚ ਹੈ। ਅਸੀਂ ਤੇ ਬਾਹਰੋਂ ਕੋਰਟ ਕਚਹਿਰੀ ਦੇ ਵਿੱਚ ਜਦੋਂ ਗੱਲ ਕਰਨੀ ਹੋਵੇ ਤਾਂ ਧਰਮ ਪੁਸਤਕ ਤੇ ਹੱਥ ਰੱਖ ਕੇ ਕਹਿੰਦੇ ਆ ਜੋ ਕਵਾਂਗਾ ਸੱਚ, ਪਰ ਸੱਚ ਹੁੰਦਾ ਨਹੀਂ। ਕਹਿ ਰਹੇ ਆ ਕਟਹਿਰੇ ਵਿੱਚ ਖਲੋ ਕੇ ਵੀ ਜੋ ਕਵਾਂਗਾ ਸੱਚ ਕਵਾਂਗਾ, ਸੱਚ ਤੋਂ ਸਿਵਾ ਕੁਛ ਨਹੀਂ ਕਵਾਂਗਾ, ਪਰ ਉਹਦੇ ਵਿੱਚ ਸੱਚ ਹੁੰਦਾ ਹੀ ਨਹੀਂ, ਨਿਰਾ ਝੂਠ ਹੀ ਹੁੰਦਾ ਹੈ। ਕਬੀਰ ਜੀ ਕਹਿੰਦੇ ਨੇ ਜੋ ਮੈਂ ਕਹਿ ਰਿਹਾ ਇਹ ਸੱਚ ਹੈ, ਕਿਉਂਕਿ ਮੇਰੇ ਜਿਹੜਾ ਬਾਣ ਮਾਰਨ ਵਾਲਾ ਉਹ ਵੀ ਸੱਚਾ ਹੈ, ਉਹ ਝੂਠਾ ਨਹੀਂ ਹੈ, ਉਹ ਸਤਿਗੁਰ ਹੈ। ਉਸ ਸੱਚੇ ਗੁਰੂ ਨੇ ਸੱਚੇ ਗਿਆਨ ਦਾ ਐਸਾ ਤੀਰ ਮੇਰੇ ਮਾਰਿਆ ਜਿਹਦੇ ਨਾਲ ਮੈਂ ਗੂੰਗਾ, ਬਹਿਰਾ ਤੇ ਪਿੰਗਲਾ ਜਿਹੜਾ ਸੀ ਮੈਂ ਹੋ ਗਿਆ। ਹੁਣ ਸੱਚ ਦੇ ਮਾਰਗ ਤੇ ਤਾਂ ਤੁਰਿਆ ਜਾਂਦਾ ਹੈ, ਹੁਣ ਮਾੜੇ ਝੂਠ ਦੇ ਵਿਕਾਰ ਵਾਲੇ ਰਸਤੇ ਉਤੇ ਨਹੀਂ ਤੁਰਿਆ ਜਾਂਦਾ। ਕਬੀਰ ਸਤਿਗੁਰ ਸੂਰਮੇ ਬਾਹਿਆ ਬਾਣ ਜੋ ਏਕ। ਕਬੀਰ ਜੀ ਨੇ ਫਿਰ ਉਸੇ ਵਿਚਾਰ ਨੂੰ ਹੋਰ ਖੋਲਣ ਦਾ ਯਤਨ ਕੀਤਾ। ਆਪ ਜੀ ਲੜੀਵਾਰ ਕਬੀਰ ਸਾਹਿਬ ਜੀ ਦੇ ਸ਼ਲੋਕਾਂ ਦੀ ਵਿਚਾਰ ਸੁਣਦੇ ਆ ਰਹੇ ਹੋ, ਤੇ ਜਿਹੜੇ ਲੜੀਵਾਰ ਸੁਣਦੇ ਆ ਰਹੇ ਨੇ ਤੇ ਸੁਣ ਕੇ ਮਨ ਵਿੱਚ ਬਿਠਾਉਂਦੇ ਆ ਰਹੇ, ਉਹਨਾਂ ਨੂੰ ਪਤਾ ਹੈ ਕਿ ਜਦੋਂ 157 ਨੰਬਰ ਸ਼ਲੋਕ ਦੀ ਆਪਾਂ ਵਿਚਾਰ ਕੀਤੀ ਸੀ, ਉਹਦੇ ਵਿੱਚ ਵੀ ਸੇਮ ਕਬੀਰ ਜੀ ਨੇ ਇਹੀ ਜ਼ਿਕਰ ਕੀਤਾ ਹੈ, ਜਾਂ ਕਹਿ ਲਓ ਕਿ ਉਸ ਸ਼ਲੋਕ ਦੀ ਵਿਆਖਿਆ ਇਸ ਸ਼ਲੋਕ ਵਿੱਚ ਹੈ। ਔਰ ਇਸ ਸ਼ਲੋਕ ਦੀ ਜਿਹੜੀ ਵਿਆਖਿਆ ਹੈ 193 ਤੇ 194 ਨੰਬਰ ਸ਼ਲੋਕ ਜਿਹੜਾ, ਇਹਦੀ ਜਿਹੜੀ ਵਿਆਖਿਆ ਉਹ 157 ਨੰਬਰ ਸ਼ਲੋਕ ਵਿੱਚ ਹੈ। ਉਹਦੀ ਵਿਆਖਿਆ ਕਰਨ ਲਈ ਸਾਨੂੰ ਇਹਦਾ ਆਸਰਾ ਲੈਣਾ ਪਏਗਾ, ਔਰ ਇਹਦੀ ਵਿਆਖਿਆ ਕਰਨ ਲਈ ਸਾਨੂੰ ਉਹਦਾ ਆਸਰਾ ਲੈਣਾ ਪਏਗਾ। ਕਬੀਰ ਸਾਚਾ ਸਤਿਗੁਰ ਮੈਂ ਮਿਲਿਆ, ਸ਼ਬਦ ਜੋ ਬਾਹਿਆ ਏਕ, ਜਿਹੜਾ 157 ਨੰਬਰ ਸ਼ਲੋਕ ਹੈ। ਕਹਿੰਦੇ ਮੈਨੂੰ ਸੱਚਾ ਸਤਿਗੁਰੂ ਮਿਲ ਪਿਆ, ਔਰ ਉਸ ਸੱਚੇ ਸਤਿਗੁਰੂ ਨੇ ਸ਼ਬਦ ਦਾ ਬਾਣ ਮੇਰੇ ਮਾਰਿਆ। ਸ਼ਬਦ ਦਾ ਤੀਰ ਜਿਹੜਾ ਸੀ, ਸ਼ਬਦ ਦਾ ਅਰਥ ਜੋ ਦੇਖੋ, ਕਈ ਵਾਰ ਅਸੀਂ ਕਹਿੰਦੇ ਆ ਕਿ ਫਲਾਣੇ ਨੇ ਆਹ ਸ਼ਬਦ ਬੋਲੇ ਜਿਹੜੇ ਮੇਰੇ ਦਿਲ ਵਿੱਚ ਜਾ ਕੇ ਵੱਜੇ, ਜਿਹੜੇ ਮੈਨੂੰ ਚੋਟ ਦੇ ਗਏ, ਜਾਂ ਫਲਾਣੇ ਦੇ ਬੋਲ ਜਿਹੜੇ ਸੀ ਉਹ ਮੈਨੂੰ ਚੁੱਭ ਗਏ, ਉਹ ਵੀ ਇੱਕ ਤੀਰ ਦੀ ਤਰ੍ਹਾਂ ਹੁੰਦੇ ਨੇ। ਸਤਿਗੁਰੂ ਨੇ ਸ਼ਬਦ ਦਾ ਤੀਰ ਮੇਰੇ ਮਾਰਿਆ, ਐਸਾ ਮਾਰਿਆ ਕਿ ਮੇਰਾ ਹੰਕਾਰ ਟੁੱਟ ਗਿਆ। ਮੈਂ ਹੰਕਾਰ ਵਿੱਚ ਉੱਚਾ ਉੱਡਦਾ ਸੀ, ਜ਼ਮੀਨ ਤੇ ਆ ਕੇ ਡਿੱਗ ਪਿਆ, ਅੰਦਰੋਂ ਹੰਕਾਰ ਨਿਕਲ ਹੀ ਗਿਆ। ਇੱਥੇ ਕਹਿ ਰਹੇ ਨੇ, ਕਹਿੰਦੇ ਸਤ ਕਬੀਰ ਸਤਿਗੁਰ ਸੂਰਮੇ। ਸਤਿਗੁਰੂ ਕੀ ਹੈ? ਸੂਰਮਾ ਵੀ ਹੈ, ਉਹ ਯੋਧਾ ਵੀ ਹੈ, ਉਹ ਬਹਾਦਰ ਵੀ ਹੈ, ਉਹਦੇ ਵਿੱਚ ਬਹਾਦਰੀ ਵਾਲੇ ਗੁਣ ਵੀ ਨੇ। ਉਹ ਐਸਾ ਸੂਰਮਾ ਹੈ, ਉਹ ਕਿਸੇ ਦਾ ਭੈ ਅੰਦਰ ਨਹੀਂ ਰੱਖਦਾ, ਕਿਸੇ ਦਾ ਡਰ, ਕਿਸੇ ਦਾ ਖੌਫ ਅੰਦਰ ਨਹੀਂ ਰੱਖਦਾ। ਗੁਰੂ ਨਾਨਕ ਸਾਹਿਬ ਜੀ ਸੱਚਾ ਗਿਆਨ ਲੈ ਕੇ ਚੱਲੇ, ਕਿਉਂਕਿ ਗੁਰੂ ਨਾਨਕ ਸਾਹਿਬ ਦੇ ਰੂਪ ਵਿੱਚ ਸਾਨੂੰ ਸਤਿਗੁਰੂ ਮਿਲਿਆ ਹੈ। ਜਦੋਂ ਅਸੀਂ ਗੁਰੂ ਸਾਹਿਬ ਜੀ ਦੇ ਪ੍ਰਕਾਸ਼ ਦੀ ਗੱਲ ਕਰਦੇ ਹਾਂ, ਸਤਿਗੁਰੂ ਨਾਨਕ ਪ੍ਰਗਟਿਆ ਮਿਟੀ ਧੁੰਦ, ਜਗ ਚਾਨਣ ਹੋਵਾ, ਜਿਉਂ ਕਰ ਸੂਰਜ ਨਿਕਲਿਆ, ਤਾਰੇ ਛਪੇ ਅੰਧੇਰ ਪਲੋਵਾ। ਗੁਰੂ ਨਾਨਕ ਸਾਹਿਬ ਜੀ ਜਦੋਂ ਸਤਿਗੁਰ ਸੱਚਾ ਗਿਆਨ ਲੈ ਕੇ ਤੁਰੇ ਨੇ, ਤੇ ਮਨ ਵਿੱਚ ਕਿਸੇ ਦਾ ਡਰ ਰੱਖ ਕੇ ਨਹੀਂ ਤੁਰੇ ਵੀ ਫਲਾਣਾ ਕੀ ਆਖੇਗਾ ਤੇ ਫਲਾਣਾ ਕੀ ਆਖੇਗਾ, ਕਿਸੇ ਦਾ ਭੈ ਲੈ ਕੇ ਨਹੀਂ ਚੱਲੇ। ਜੇ ਮਸੀਤ ਜਾਣਾ ਪਿਆ ਤੇ ਸਤਿਗੁਰੂ ਜੀ ਬੇਖੌਫ ਹੋ ਕੇ ਜਾਂਦੇ ਨੇ। ਕਿਉਂ? ਕਿਉਂਕਿ ਉੱਥੇ ਉਹਨਾਂ ਨੂੰ ਕੁਝ ਨਾ ਕੁਝ ਸਮਝਾ ਕੇ ਆਏ। ਜੇ ਮੱਕੇ ਮਦੀਨੇ ਗਏ ਤਾਂ ਸਤਿਗੁਰੂ ਜੀ ਭੈ ਰੱਖ ਕੇ, ਡਰ ਰੱਖ ਕੇ ਨਹੀਂ ਗਏ, ਬੇਖੌਫ ਹੋ ਕੇ ਉਹਨਾਂ ਨੂੰ ਸਤਿਗੁਰੂ ਜੀ ਸ਼ਬਦ ਦਾ ਤੀਰ ਚਲਾ ਕੇ ਆਏ। ਜਿਨ੍ਹਾਂ ਜਿਨ੍ਹਾਂ ਨੂੰ ਸਤਿਗੁਰੂ ਜੀ ਵਾਲਾ ਇਹ ਸੱਚਾ ਤੀਰ ਜਾ ਕੇ ਵੱਜਾ ਸੱਚ ਦਾ, ਉਹ ਢਹਿ ਪਏ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ 'ਚ। ਉਹਨਾਂ ਨੇ ਆਖਿਆ, ਨਾਨਕ ਗਰੀਬ ਢਹਿ ਪਿਆ ਦੁਆਰੇ, ਅਸੀਂ ਤੁਹਾਡੇ ਦਰ ਤੇ ਚਰਨਾਂ 'ਚ ਢਹਿ ਪਏ ਆ, ਕਿਉਂਕਿ ਤੁਸੀਂ ਤੀਰ ਹੀ ਐਸਾ ਚਲਾ। ਜੋਗੀ ਕਿੱਥੇ ਮੰਨਦੇ ਸੀ?
ਬੜੇ ਬੜੇ ਜੋਗੀ ਗੋਰਖਨਾਥ, ਮਛਿੰਦਰਨਾਥ, ਭੰਗਰਨਾਥ ਵਰਗੇ ਇਹ ਕਿੱਥੇ ਝੁਕਦੇ ਸੀ ਹੰਕਾਰ ਨਾਲ, ਇੰਨੇ ਉੱਚੇ ਉਡਾਰੀ ਮਾਰਦੇ ਨੇ ਜਿਹਨੂੰ ਸਮੇਰ ਪਰਬਤ ਆਪਾਂ ਕਹਿੰਦੇ ਆ। ਅਸਲ ਵਿੱਚ ਹੰਕਾਰ ਹੀ ਉਹਨਾਂ ਨੂੰ ਇੰਨਾ ਉੱਚਾ ਲੈ ਗਿਆ। ਜਿਹੜੇ ਕਿਸੇ ਅੱਗੇ ਝੁਕਣਾ ਹੀ ਨਹੀਂ ਸੀ ਚਾਹੁੰਦੇ, ਝੁਕਾਉਣਾ ਤਾਂ ਚਾਹੁੰਦੇ ਸੀ ਪਰ ਝੁਕਣਾ ਨਹੀਂ। ਜਦੋਂ ਸਤਿਗੁਰੂ ਨੇ ਬਾਣ ਮਾਰਿਆ, ਜਿੰਨੇ ਜੋਗੀ ਸੀ ਸਾਰੇ ਹੀ ਆ ਕੇ ਗੁਰੂ ਸਾਹਿਬ ਅੱਗੇ ਝੁਕ ਗਏ। ਜਿਹੜੇ ਕਹਿੰਦੇ ਸੀ ਸਾਡੀ ਕਮਾਈ ਵੱਡੀ, ਸਾਡੀ ਕਮਾਈ ਵੱਡੀ, ਜਦੋਂ ਐਸਾ ਤੀਰ ਮਾਰਿਆ ਗੁਰੂ ਨਾਨਕ ਸਾਹਿਬ ਨੇ ਸ਼ਬਦਾਂ ਦਾ, ਉਹ ਸ਼ਬਦ ਦਾ ਤੀਰ ਵੱਜਦਿਆਂ ਸਾਰੀ ਕੀ ਕਹਿੰਦੇ, ਸਿੱਧ ਬੋਲਣ ਸ਼ੁਭ ਬਚਨ, ਧੰਨ ਨਾਨਕ ਤੇਰੀ ਵੱਡੀ ਕਮਾਈ। ਕਹਿਣ ਲੱਗੇ ਗੁਰੂ ਸਾਹਿਬ ਤੁਹਾਡੀ ਕਮਾਈ ਵੱਡੀ ਹੈ, ਜਿਹੜਾ ਤੀਰ ਤੁਸੀਂ ਮਾਰਿਆ ਨਾ ਇਹ ਸਾਡੇ ਐਸਾ ਆ ਕੇ ਵੱਜਾ, ਅਸੀਂ ਆ ਕੇ ਜ਼ਮੀਨ ਤੇ ਡਿੱਗ ਪਏ। ਬੜੇ ਬੜੇ ਪੀਰ, ਬਗਦਾਦ ਦੇ ਪੀਰ ਆਪਣੇ ਆਪ ਨੂੰ ਕਹਿੰਦੇ ਕਹਾਉਂਦੇ ਪੀਰ, ਜਦੋਂ ਗੁਰੂ ਨਾਨਕ ਸਾਹਿਬ ਸਤਿਗੁਰੂ ਦੇ ਰੂਪ ਵਿੱਚ ਸ਼ਬਦ ਦਾ ਤੀਰ ਮਾਰਿਆ ਤੇ ਬੜੇ ਬੜੇ ਪੀਰ ਵੀ ਆ ਕੇ ਕਹਿੰਦੇ ਨੇ ਕਿ ਤੁਸੀਂ ਪੀਰਾਂ ਦੇ ਪੀਰ ਹੋ। ਜਾਹਰ ਪੀਰ ਜਗਤ ਗੁਰੂ ਬਾਬਾ। ਜੇ ਗੁਰੂ ਨਾਨਕ ਸਾਹਿਬ ਜੀ ਕਾਂਸ਼ੀ ਆਏ, ਹਰਿਦੁਆਰ ਆਏ, ਤਾਂ ਕਰਮ ਕਾਂਡ ਕਰਨ ਵਾਲੇ ਵਹਿਮ ਭਰਮ ਵਿੱਚ ਪਏ ਲੋਕਾਂ ਨੂੰ ਸਮਝਾਇਆ, ਆਪਣੇ ਸ਼ਬਦ ਦਾ ਤੀਰ ਮਾਰਿਆ ਤੇ ਜਿੰਨੇ ਸੀ ਉਹ ਆ ਕੇ ਚਰਨਾਂ ਵਿੱਚ ਢਹਿ ਪਏ। ਕਿਉਂ? ਕਿਉਂਕਿ ਗੁਰੂ ਸਾਹਿਬ ਜੀ ਅੰਦਰ ਭੈ ਡਰ ਰੱਖ ਕੇ ਨਹੀਂ ਸੀ, ਸੱਚ ਦਾ ਪ੍ਰਚਾਰ ਕਰਨ ਲਈ ਚੱਲੇ ਸੀ। ਤੇ ਸੱਚ ਦਾ ਪ੍ਰਚਾਰ ਕਰਨ ਲਈ ਮੱਕੇ ਮਦੀਨੇ ਵੀ ਜਾਣਾ ਪਿਆ, ਕਾਂਸ਼ੀ ਹਰਿਦੁਆਰ ਵੀ ਜਾਣਾ ਪਿਆ। ਸਤਿਗੁਰੂ ਨੇ ਪਰਵਾਹ ਨਹੀਂ ਕੀਤੀ, ਭਾਵੇਂ ਉੱਥੇ ਬਾਬਰ ਵਰਗਿਆਂ ਦਾ ਵੀ ਮੇਲ ਹੋਇਆ, ਜਿਹਨੇ ਅਹਿਮਨਾਬਾਦ ਉਜਾੜ ਕੇ ਰੱਖਦਾ, ਜਿਹਨੂੰ ਸੱਚ ਦਾ ਪ੍ਰਚਾਰ ਕਰਦਿਆਂ ਗੁਰੂ ਸਾਹਿਬ ਜੀ ਹਿਚਕਚਾਏ ਨਹੀਂ। ਉਹਨਾਂ ਨੇ ਕਹਿੰਦੇ ਨੇ ਬੇਖੌਫ ਹੋ ਕੇ ਕਿਹਾ ਕਿ ਪਾਪ ਕੀ ਜੰਜ ਲੈ ਕਾਬਲੋ ਧਾਇਆ, ਜੋਰੀ ਮੰਗੇ ਦਾਨ ਵੇ ਲਾਲੋ। ਇਹ ਪਾਪ ਦੀ ਜੰਜ ਲੈ ਕੇ ਆਉਣ ਵਾਲਾ ਹੈ। ਬੇਖੌਫ ਹੋ ਕੇ ਗੁਰੂ ਸਾਹਿਬ ਜੀ ਬਾਬਰ ਦਾ ਆਮੋ ਸਾਹਮਣਾ ਹੁੰਦਾ ਹੈ, ਪਰ ਬਾਬਰ ਬਾਬੇ ਅੱਗੇ ਆ ਕੇ ਝੁਕ ਜਾਂਦਾ ਹੈ। ਹਿਮਾਯੂ ਨੂੰ ਹੰਕਾਰ ਹੋਇਆ ਵੀ ਮੈਂ ਵੱਡਾ ਹਾਂ। ਗੁਰੂ ਅੰਗਦ ਦੇਵ ਜੀ ਨੇ ਇੱਕੋ ਹੀ ਸ਼ਬਦ ਦਾ ਬਾਣ ਮਾਰਿਆ ਤੇ ਹਿਮਾਯੂ ਆ ਕੇ ਗੁਰੂ ਸਾਹਿਬ ਦੇ ਚਰਨਾਂ 'ਚ ਢਹਿ ਪਿਆ। ਅਕਬਰ ਵਰਗਾ ਵੀ ਆ ਕੇ ਸਤਿਗੁਰੂ ਦੇ ਚਰਨਾਂ 'ਚ ਢਹਿ ਗਿਆ। ਜਹਾਂਗੀਰ ਨੂੰ ਵੀ ਝੁਕਣਾ ਪਿਆ। ਸ਼ਾਹਜਹਾਂ ਵਰਗੇ ਜਿਹੜੇ ਗੁਰੂ ਸਾਹਿਬ, ਗੁਰੂ ਹਰਗੋਬਿੰਦ ਸਾਹਿਬ ਨਾਲ ਬਾਰ-ਬਾਰ ਜੰਗ ਯੁੱਧ ਕਰਦੇ ਨੇ, ਕਿਤੇ ਨਾ ਕਿਤੇ ਆ ਕੇ ਤੁਸੀਂ ਇਤਿਹਾਸ ਪੜ੍ਹੋ, ਸ਼ਾਹਜਹਾਂ ਵੀ ਝੁਕ ਗਿਆ। ਔਰੰਗਜ਼ੇਬ ਕਿੰਨਾ ਕਹਿਰ ਮਚਾਉਂਦਾ ਹੈ, ਕਿੰਨਾ ਕਹਿਰ ਉਹਨੇ ਮਚਾਇਆ। ਪੂਰਾ ਜਿਹੜਾ ਹਿੰਦੁਸਤਾਨ ਨੂੰ ਇਸਲਾਮ ਧਰਮ ਵਿੱਚ ਬਦਲਣਾ ਚਾਹੁੰਦਾ ਹੈ, ਪਰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜ਼ਫਰਨਾਮੇ ਵਿੱਚ ਐਸਾ ਤੀਰ ਚਲਾਇਆ ਜਿਹੜਾ ਉਹਦੇ ਜਾ ਕੇ ਵੱਜਾ ਤੇ ਔਰੰਗਜ਼ੇਬ ਵੀ ਜ਼ਮੀਨ ਤੇ ਆ ਕੇ ਡਿੱਗ ਪਿਆ। ਬੜੇ ਬੜੇ ਹੰਕਾਰੀਆਂ ਦੇ ਜਦੋਂ ਤੀਰ ਵੱਜੇ, ਸ਼ਬਦ ਦਾ ਤੀਰ ਵੱਜਾ ਤੇ ਆ ਕੇ ਡਿੱਗ ਪਏ ਜ਼ਮੀਨ ਤੇ, ਉਹਨਾਂ ਦਾ ਹੰਕਾਰ ਮਿੱਟੀ ਵਿੱਚ ਮਿਲ ਗਿਆ। ਸਾਡੇ ਵੀ ਕਿਤੇ ਆ ਸ਼ਬਦ ਦਾ ਤੀਰ ਵੱਜ ਜਾਏ। ਇਸ ਲਈ ਕਬੀਰ ਜੀ ਕਹਿ ਰਹੇ ਨੇ, ਕਹਿੰਦੇ ਕਬੀਰ ਸਤਿਗੁਰ ਸੂਰਮੇ, ਉਹ ਸੂਰਮਾ ਹੈ, ਉਹ ਬਹਾਦਰ ਹੈ। ਗੁਰੂ ਤੇਗ ਬਹਾਦਰ ਸਾਹਿਬ ਜੀ ਜਿਨ੍ਹਾਂ ਦਾ ਨਾਮ ਤਿਆਗ ਮੱਲ ਹੈ, ਪਰ ਜਦੋਂ ਉਹਨਾਂ ਨੇ ਬਹਾਦਰੀ ਦੇ ਗੁਣ ਵਿਖਾਏ ਤਾਂ ਤੇਗ ਬਹਾਦਰ ਬਣ ਗਏ। ਕਿੱਡਾ ਵੱਡਾ ਸੂਰਮਾ ਹੈ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਰੂਪ ਵਿੱਚ ਸਾਨੂੰ ਮਿਲੇ, ਜਿਹੜੇ ਬੇਖੌਫ ਹੋ ਕੇ ਦਿੱਲੀ ਵੱਲ ਨੂੰ ਤਿਲਕ ਤੇ ਜੰਜੂ ਦਾ ਰਖਵਾਲਾ ਬਣ ਕੇ ਤੁਰ ਪਏ। ਗੁਰੂ ਨਾਨਕ ਸਾਹਿਬ ਜੀ ਤੋਂ ਗੁਰੂ ਗੋਬਿੰਦ ਸਿੰਘ ਜੀ ਤੱਕ ਦਾ ਇਤਿਹਾਸ ਪੜ੍ਹੋ, ਸਤਿਗੁਰੂ ਕਿੱਡੇ ਵੱਡਾ ਸੂਰਮਾ ਹੈ, ਕਿੰਨੇ ਬਹਾਦਰੀ ਵਾਲੇ ਗੁਣ ਨੇ। ਇਸ ਲਈ ਕਹਿੰਦੇ ਜਿਹੜਾ ਮੈਨੂੰ ਵੀ ਮਿਲਿਆ ਉਹ ਵੀ ਕਹਿੰਦੇ ਸੂਰਮਾ ਸੀ। ਉਹ ਐਸਾ ਸੂਰਮਾ ਦਾ ਇੱਥੇ ਅਰਥ ਹੈ ਬਹਾਦਰ, ਯੋਧਾ। ਤੇ ਸਤਿਗੁਰੂ ਬਾਣੀ ਵਿੱਚ ਕਹਿ ਰਹੇ ਨੇ, ਕਹਿਣ ਲੱਗੇ ਦੋਵੇਂ ਥਾਮ ਰੱਖੈ
ਗੁਰ ਸੂਰੇ, ਜਿਹੜਾ ਗੁਰੂ ਸੂਰਮਾ ਹੈ ਨਾ, ਬਹਾਦਰ ਯੋਧਾ, ਉਹ ਦੋਵੇਂ ਥਾਂ ਤੇ ਸਾਡੀ ਰੱਖਿਆ ਕਰਦਾ ਹੈ, ਲੋਕ ਵਿੱਚ ਵੀ ਤੇ ਪਰਲੋਕ ਵਿੱਚ ਵੀ। ਭਾਵ ਸਰੀਰਕ ਤਲ ਤੇ ਵੀ ਸਾਡੀ ਰੱਖਿਆ ਕਰਦਾ ਹੈ, ਮਾਨਸਿਕ ਤਲ ਤੇ ਵੀ ਸਾਡੀ ਰੱਖਿਆ ਕਰਦਾ ਹੈ। ਗੁਰੂ ਐਸਾ ਸੂਰਮਾ ਹੈ। ਤੇ ਜਦੋਂ ਗੁਰੂ ਰੂਪੀ ਸੂਰਮਾ ਬਹਾਦਰ ਯੋਧਾ ਸਾਨੂੰ ਮਿਲ ਜਾਏ, ਫਿਰ ਸਾਨੂੰ ਕਾਹਦੀ ਪਰਵਾਹ। ਫਿਰ ਜਿਹਨੂੰ ਆ ਸੂਰਮਾ ਰੂਪੀ ਸਤਿਗੁਰੂ ਮਿਲ ਗਿਆ, ਉਹ ਫਿਰ ਪਰਵਾਹ ਨਹੀਂ ਕਰਦਾ, ਉਹ ਖੌਫ ਡਰ ਭੈ ਆਪਣੇ ਅੰਦਰ ਨਹੀਂ ਰੱਖਦਾ। ਕਬੀਰ ਸਤਿਗੁਰ ਸੂਰਮੇ ਬਾਹਿਆ ਬਾਨ ਜੋ ਏਕ, ਇੱਕ ਐਸਾ ਬਾਨ ਮੇਰੇ ਵੱਲ ਚਲਾਇਆ ਸਤਿਗੁਰੂ ਸੂਰਮੇ ਨੇ, ਬਹਾਦਰ ਯੋਧੇ ਨੇ। ਜਦੋਂ ਮੇਰੇ ਵੱਲ ਕਹਿੰਦੇ ਇੱਕ ਸ਼ਬਦ ਦਾ ਬਾਣ ਤੀਰ ਚਲਾਉਣਾ ਕੀਤਾ, ਲਾਗਤ ਹੀ ਭੋਏ ਗਿਰ ਪਰਿਆ, ਪਰਾ ਕਰੇਜੇ ਛੇਕ। ਕਹਿੰਦੇ ਉਹ ਜਿਹੜਾ ਤੀਰ ਚੱਲਿਆ, ਤੀਰ ਮਾਰਿਆ ਸਤਿਗੁਰੂ ਨੇ, ਲਾਗਤ ਹੀ ਲੱਗਦਿਆਂ ਸਾਰ ਹੀ ਭੋਏ ਗਿਰ ਪੜਿਆ, ਜ਼ਮੀਨ ਤੇ ਆ ਕੇ ਡਿੱਗ ਪਿਆ। ਹੁਣ ਉਡਾਰੀ ਕੌਣ ਮਾਰ ਰਿਹਾ ਸੀ? ਮਨ। ਹੰਕਾਰ ਕਿੱਥੇ ਸੀ? ਮਨ ਵਿੱਚ। ਤੇ ਤੀਰ ਆ ਕੇ ਜਦੋਂ ਮਨ ਤੇ ਵੱਜਾ, ਫਿਰ ਬੇਨਤੀ ਸੁਣਨਾ, ਬਾਹਰ ਦੇ ਤੀਰ ਸਰੀਰ ਨੂੰ ਵੱਜਦੇ ਨੇ, ਪਰ ਗੁਰਬਾਣੀ ਦਾ ਤੀਰ ਸਾਡੇ ਮਨ ਨੂੰ ਵੱਜਦਾ ਹੈ। ਜਦੋਂ ਇਹ ਤੀਰ ਆ ਕੇ ਮਨ ਤੇ ਵੱਜਾ, ਤੇ ਮਨ ਜਿਹੜਾ ਉਡਾਰੀ ਮਾਰਦਾ ਸੀ ਨਾ, ਆ ਕੇ ਜ਼ਮੀਨ ਤੇ ਗਿਰ ਪਰਿਆ। ਉੱਥੇ ਕਹਿੰਦੇ ਨੇ ਲਾਗਤ ਹੀ ਭੋਏ ਮਿਲ ਗਿਆ, ਜਿਹੜਾ 157 ਨੰਬਰ ਸ਼ਲੋਕ ਹੈ। ਇੱਥੇ ਕਹਿ ਰਹੇ ਨੇ ਲਾਗਤ ਹੀ ਭੋਏ ਗਿਰ ਪਰਿਆ। ਜ਼ਮੀਨ ਤੇ ਆ ਕੇ ਕਹਿੰਦੇ ਉਹ ਜਿਹੜਾ ਸੀ ਹੰਕਾਰ ਵਿੱਚ ਉਡਾਰੀ ਮਾਰਦਾ, ਆ ਕੇ ਡਿੱਗ ਪਿਆ। ਡਿੱਗਦਿਆਂ ਸਾਰ ਕੀ ਹੋਇਆ? ਪਰਾ ਕਰੇਜੇ ਛੇਕ, ਕਲੇਜੇ ਵਿੱਚ, ਹਿਰਦੇ ਵਿੱਚ ਛੇਕ ਵੱਜ ਹੋ ਗਿਆ। ਹੁਣ ਥੋੜਾ ਸਮਝਣ ਦਾ ਯਤਨ ਕਰਨਾ। ਤੀਰ ਮਾਰਿਆ ਸੀ ਮਨ ਨੂੰ, ਛੇਕ ਹੋ ਗਿਆ ਕਰੇਜੇ ਨੂੰ, ਹਿਰਦੇ ਵਿੱਚ ਜਾ ਕੇ ਤੀਰ ਜਿਹੜਾ ਸੀ ਉਹਦਾ ਅਸਰ ਹੋਇਆ ਤੇ ਛੇਕ ਉੱਥੇ ਹੋ ਗਿਆ। ਕਿਉਂ ਹੋ ਗਿਆ? ਕਿਉਂਕਿ ਉਹ ਛੇਕ ਹੋਣਾ ਜ਼ਰੂਰੀ ਸੀ, ਕਿਉਂਕਿ ਮਨ ਜਦੋਂ ਆ ਕੇ ਡਿੱਗਾ, ਉਹ ਛੇਕ ਹਿਰਦੇ ਵਿੱਚ ਹੋਇਆ, ਤਾਂ ਜਾ ਕੇ ਫਿਰ ਕਹਿੰਦੇ ਆ, ਉਹ ਕਬੀਰ ਜੀ ਕਹਿੰਦੇ ਮੈਂ ਉਹਦੇ ਵਿੱਚ ਸਮਾ ਗਿਆ। ਜੇ ਉਹ ਛੇਕ ਨਾ ਹੁੰਦਾ ਤੇ ਫਿਰ ਉਹਦੇ ਵਿੱਚ ਸਮਾਇਆ ਨਹੀਂ ਸੀ ਜਾਣਾ। ਹੁਣ ਛੇਕ ਹਿਰਦੇ ਵਿੱਚ ਕਿਉਂ ਹੋਇਆ? ਤੇ ਤੀਰ ਤਾਂ ਮਨ ਨੂੰ ਵੱਜਾ ਸੀ। ਮਨ ਕਿੱਥੇ ਹੈ? ਸਾਡੇ ਦਿਮਾਗ ਵਿੱਚ। ਮਾਨਸਿਕ ਅਵਸਥਾ ਸਾਡਾ ਦਿਮਾਗ ਹੈ, ਸਾਡਾ ਸਿਰ। ਹੁਣ ਵੱਜਾ ਸਿਰ ਵਿੱਚ ਤੀਰ ਤੇ ਛੇਕ ਹੋ ਗਿਆ ਸਾਡੇ ਹਿਰਦੇ ਵਿੱਚ। ਕਿਉਂ? ਕਿਉਂਕਿ ਹਿਰਦੇ ਵਿੱਚ ਕੀ ਹੈ? ਸਾਡਾ ਦਿਲ। ਤੇ ਗੁਰਬਾਣੀ ਨੂੰ ਜਦੋਂ ਆਪਾਂ ਪੜ੍ਹਾਂ ਸਮਝਾਂਗੇ, ਉਦੋਂ ਇਹੀ ਪਤਾ ਲੱਗਦਾ ਹੈ ਕਿ ਰੱਬ ਤਾਂ ਤੇਰੇ ਦਿਲ ਵਿੱਚ ਬੈਠਾ ਹੋਇਆ ਹੈ। ਜਾਂ ਅਸੀਂ ਗੱਲ ਕਰਦੇ ਹਾਂ, 9 ਦੁਆਰੇ ਪ੍ਰਗਟ ਕੀਏ ਦਸਵਾਂ ਗੁਪਤ ਰਖਾਇਆ, ਗੁਰਦੁਆਰੇ ਲਾਏ ਭਾਵਨੀ ਇੱਕ ਨਾ 10ਵਾਂ ਦੁਆਰ ਦਿਖਾਇਆ। ਜਿੱਥੋਂ ਰੋਸ਼ਨੀ ਆਉਣੀ ਸੀ, ਜਿੱਥੋਂ ਪ੍ਰਕਾਸ਼ ਆਉਣਾ ਸੀ, ਸਾਡੇ ਦਿਮਾਗ ਤੱਕ ਚਾਨਣ ਆਉਣਾ ਸੀ, ਉਹ ਛੇਕ ਤਾਂ ਬੰਦ ਹੋ ਗਿਆ। ਹੁਣ ਉਹ ਪਤਾ ਨਹੀਂ ਸੀ ਲੱਗ ਰਿਹਾ ਵੀ ਇਹ ਖੁੱਲੇਗਾ ਕਿਵੇਂ। ਕਹਿੰਦੇ ਸਤਿਗੁਰੂ ਦੇ ਦਰ ਤੇ ਭਾਵਨਾ ਨਾਲ ਆ ਕੇ ਜਦੋਂ ਜੁੜਿਆ, ਗੁਰਦੁਆਰੇ ਲਾਏ ਭਾਵਨੀ ਇੱਕ ਨਾ 10ਵਾਂ ਦੁਆਰ ਦਿਖਾਇਆ। ਗੁਰੂ ਦੇ ਦਰ ਤੇ ਭਾਵਨਾ ਨਾਲ ਆ ਕੇ ਜਦੋਂ ਜੁੜਿਆ, ਤੇ ਸਤਿਗੁਰੂ ਨੇ ਸ਼ਬਦ ਦਾ ਮਾਰਿਆ ਤੀਰ, ਮਨ ਆ ਕੇ ਡਿੱਗਾ ਤੇ ਕਲੇਜੇ ਵਿੱਚ ਆ ਕੇ ਛੇਕ ਹੋ ਗਿਆ। ਉਹ ਪ੍ਰਕਾਸ਼ ਉੱਥੋਂ ਦੀ ਐਸਾ ਨਿਕਲਿਆ, ਉਸ ਪ੍ਰਕਾਸ਼ ਵਿੱਚ ਹੀ ਜਾ ਕੇ ਸਮਾ ਗਿਆ। ਪ੍ਰਕਾਸ਼ ਦਾ ਮਤਲਬ ਸੀ ਕਿ ਇਹ ਸਾਰਿਆਂ ਅੰਦਰ ਸਭ ਮੈਂ ਜੋਤ ਜੋਤ ਹੈ ਸੋਏ, ਤਿਸ ਦਾ ਚਾਨਣ ਸਭ ਮੈਂ ਚਾਨਣ ਹੋਏ। ਉਹ ਜਿੱਥੋਂ ਚਾਨਣ ਆ ਰਿਹਾ ਸੀ ਉਹ ਬੰਦ ਹੋ ਗਿਆ, ਦਿਮਾਗ ਵਿੱਚ ਹਨੇਰਾ ਆ ਗਿਆ। ਹੁਣ ਦਿਮਾਗ ਵਿੱਚ ਹਨੇਰਾ ਹੋਣ ਕਰਕੇ ਕੀ ਹੋਇਆ? ਮਨ ਕਾਲੀ ਰਾਤ ਵਿੱਚ ਗੁੰਮ ਹੋ ਗਿਆ। ਹੁਣ ਇਹ ਕਾਲੇ ਕਰਮ ਕਰਨ ਲੱਗ ਗਿਆ, ਮਾੜੇ ਕਰਮ ਕਰਨ ਲੱਗ ਗਿਆ, ਅਵਗਣ ਗੰਦਗੀ ਇਕੱਠੀ ਹੋ ਗਈ, ਕਿਉਂਕਿ ਹਨੇਰਾ ਹੋ ਗਿਆ। ਹਨੇਰੇ 'ਚ ਪਤਾ ਨਹੀਂ ਸੀ ਕਿੱਧਰ ਜਾਣਾ। ਤਾਂ ਹੀ ਤੇ ਆਖਿਆ ਬਾਹਰ ਦਿਸੈ ਚਾਨਣਾ ਦਿਲ ਅੰਧਿਆਰੀ, ਰਾਤ ਅੰਦਰ ਤਾਂ ਅੰਧਿਆਰੀ ਰਾਤ ਬਣ ਗਈ, ਬਾਹਰ ਚਾਨਣ ਹੀ ਚਾਨਣ ਸੀ। ਪਰ ਗੁਰੂ ਸਾਹਿਬ ਨੇ ਗਿਆਨ ਦਾ ਤੀਰ ਮਾਰਿਆ।
ਉਹ ਐਸਾ ਤੀਰ ਮਾਰਿਆ ਕਿ ਕਲੇਜੇ ਵਿੱਚ ਛੇਕ, ਉਹਦੇ ਵਿੱਚੋਂ ਰੋਸ਼ਨੀ ਆਈ, ਪ੍ਰਕਾਸ਼ ਆਇਆ, ਕਿਉਂਕਿ ਪਰਮੇਸ਼ਵਰ ਪ੍ਰਕਾਸ਼ ਰੂਪ ਹੈ। ਉਹਦੇ ਵਿੱਚ ਕਹਿੰਦੇ ਐਸੀ ਸੁਰਤ ਜਾ ਕੇ ਮਨ ਵੀ ਤਾਂ ਉੱਥੋਂ ਹੀ ਆਇਆ। ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ। ਇਹ ਆਪਣਾ ਮੂਲ ਭੁੱਲ ਗਿਆ ਸੀ। ਕਿਉਂ ਭੁੱਲ ਗਿਆ? ਕਿਉਂਕਿ ਉਚਾਈਆਂ ਤੇ ਹੰਕਾਰ ਤੇ ਆ ਗਿਆ। ਹੁਣ ਗੁਰੂ ਸਾਹਿਬ ਨੇ ਤੀਰ ਮਾਰਿਆ, ਮਨ ਫਿਰ ਆ ਕੇ ਡਿੱਗਾ, ਇਹਨੂੰ ਆਪਣੇ ਮੂਲ ਦੀ ਪਛਾਣ ਹੋ ਗਈ, ਫਿਰ ਵਾਪਸ ਜਾ ਕੇ ਮੂਲ ਨਾਲ ਜੁੜ ਗਿਆ। ਜਦੋਂ ਇਹ ਮੂਲ ਨਾਲ ਜੁੜਿਆ ਤੇ ਉੱਥੇ ਕੀ ਸੀ? ਉੱਥੇ ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ। ਇਹ ਆ ਅਵਸਥਾ ਹੈ ਜਿਹੜੀ ਆਪਾਂ ਆਨੰਦ ਸਾਹਿਬ ਆਰੰਭਤਾ ਵਿੱਚ ਪੰਕਤੀਆਂ ਪੜ੍ਹਦੇ ਹਾਂ। ਇੱਥੇ ਆ ਕੇ ਉਹ ਪੰਕਤੀਆਂ ਢੁਕਣੀਆਂ ਨੇ, ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ, ਕਿਉਂਕਿ ਸਤਿਗੁਰੂ ਨੇ ਮੇਰੇ ਤੀਰ ਐਸਾ ਮਾਰਿਆ। ਕਬੀਰ ਸਾਹਿਬ ਜੀ ਨੇ ਵੀ ਇਹੀ ਜ਼ਿਕਰ ਕੀਤਾ ਨਾ ਵੀ ਤੂੰ ਬਾਹਰ ਕਿੱਥੇ ਉਹਨੂੰ ਆਵਾਜ਼ਾਂ ਦਿੰਦਾ ਪਿਆ, ਆਪਣੇ ਦਿਲ ਵਿੱਚ ਵੇਖ, ਦਿਲ ਹੀ ਭੀਤਰ ਜੋਏ, ਉਹ ਤੇਰੇ ਦਿਲ ਵਿੱਚ ਹੈ। ਬਾਬਾ ਫਰੀਦ ਸਾਹਿਬ ਜੀ ਵੀ ਇਹੀ ਕਹਿੰਦੇ ਨੇ ਕਿ ਤੂੰ ਆਪਣੇ ਦਿਲ ਵਿੱਚ ਵੇਖ, ਉਹ ਤੇਰੇ ਦਿਲ ਵਿੱਚ ਸਮਾਇਆ ਹੋਇਆ ਹੈ। ਤੂੰ ਜੰਗਲਾਂ ਵਿੱਚ ਕੀ ਲੱਭਦਾ? ਹੁਣ ਜਦੋਂ ਤੀਰ ਆ ਕੇ ਵੱਜਾ ਮਨ ਤੇ, ਮਨ ਆ ਕੇ ਡਿੱਗਿਆ, ਹੰਕਾਰ ਨਿਕਲ ਗਿਆ ਤੇ ਡਿੱਗਦਿਆਂ ਸਾਰ ਪਰਾ ਕਲੇਜੇ ਛੇਕ, ਕਹਿੰਦੇ ਕਲੇਜੇ ਵਿੱਚ ਛੇਕ ਹੋਇਆ। ਉਹ ਐਸਾ ਛੇਕ ਹੋਇਆ ਉਹਨੇ ਮੈਨੂੰ ਨਿਰੰਕਾਰ ਨਾਲ ਹੀ ਜੋੜ ਦਿੱਤਾ। ਜੰਮਣ ਮਰਨ ਆਵਾਗਮਨ ਸਾਰੇ ਦਾ ਸਾਰਾ ਹੀ ਇੱਥੇ ਆ ਕੇ ਮੁੱਕਿਆ। ਤਾਂ ਹੀ ਬੇਨਤੀ ਕੀਤੀ ਸੀ ਵੀ ਜਦੋਂ ਆਪਾਂ ਗੁਰਬਾਣੀ ਪੜ੍ਹੀਏ ਸੁਣੀਏ ਤਾਂ ਇਹ ਭਾਵਨਾ ਲੈ ਕੇ ਬੈਠੀਏ ਵੀ ਗੁਰੂ ਸਾਹਿਬ ਇੱਕ ਤੀਰ ਤਾਂ ਅੱਜ ਜ਼ਰੂਰ ਵੱਜਣਾ ਚਾਹੀਦਾ, ਜਿਹਦੇ ਨਾਲ ਮੇਰਾ ਮਨ ਵੀ ਆ ਕੇ ਡਿੱਗ ਜਾਏ ਤੇ ਮੇਰੇ ਵੀ ਹਿਰਦੇ ਵਿੱਚ ਕਿਤੇ ਛੇਕ ਹੋ ਜਾਏ ਤੇ ਮੈਨੂੰ ਉਸ ਨਿਰੰਕਾਰ ਦੀ ਸੋਝੀ ਹੋ ਜਾਏ। ਫਿਰ ਇੱਕ ਵਾਰ ਸਮਝ ਲੈਣਾ, ਕਿਉਂਕਿ ਸਮਝਣਾ ਜ਼ਰੂਰੀ ਹੈ। ਕਥਾ ਵਿਚਾਰ ਦਾ ਮਤਲਬ ਹੀ ਹੈ ਕਿ ਜੇ ਸਮਝ ਹੀ ਨਾ ਆਈ ਤੇ ਫਿਰ ਵਿਚਾਰ ਦਾ ਲਾਭ ਵੀ ਕੋਈ ਨਹੀਂ। ਕਬੀਰ ਜੀ ਕਹਿੰਦੇ ਨੇ, ਪਹਿਲਾਂ ਕਿਹਾ ਵੀ ਮੈਂ ਗੂੰਗਾ ਹੋ ਗਿਆ, ਬਹਿਰਾ ਹੋ ਗਿਆ, ਪਿੰਗਲਾ ਹੋ ਗਿਆ ਮਾਨਸਕ ਤਲ ਤੇ। ਫਿਰ ਕਹਿੰਦੇ ਕਬੀਰ ਸਤਿਗੁਰ ਸੂਰਮੇ ਬਾਹਿਆ ਬਾਣ ਜੋ ਏਕ, ਇੱਕੋ ਬਾਣ ਐਸਾ ਮਾਰਿਆ ਜਿਵੇਂ ਸੱਜਣ ਦੇ ਇੱਕੋ ਹੀ ਬਾਣ ਸ਼ਬਦ ਦਾ ਮਾਰਿਆ ਤੇ ਸਮਝ ਆ ਗਈ ਉਸ ਸੱਜਣ ਨੂੰ। ਇਸੇ ਤਰ੍ਹਾਂ ਕਹਿੰਦੇ ਲਾਗਤ ਹੀ ਭੋਏ ਗਿਰ ਪਰਿਆ, ਲੱਗਦਿਆਂ ਸਾਰੀ ਮੇਰਾ ਮਨ ਜਿਹੜਾ ਸੀ ਆ ਕੇ ਜ਼ਮੀਨ ਤੇ ਡਿੱਗਾ। ਆ ਜ਼ਮੀਨ ਕੀ ਹੈ? ਸਰੀਰ, ਮਿੱਟੀ ਹੈ ਨਾ। ਇੱਥੇ ਆ ਕੇ ਡਿੱਗਾ, ਪਰਾ ਕਲੇਜੇ ਛੇਕ, ਹਿਰਦੇ 'ਚ ਛੇਕ ਹੋਇਆ। ਉਹਦੇ ਵਿੱਚ ਕਹਿੰਦੇ ਜਿਹੜੀ ਅੰਦਰ ਦਿਲ ਅੰਧਿਆਰੀ ਰਾਤ ਬਣੀ ਸੀ ਉਹ ਛੇਕ ਹੋਣ ਦੇ ਨਾਲ ਅੰਦਰ ਚਾਨਣ ਹੋ ਗਿਆ, ਅੰਦਰ ਪ੍ਰਕਾਸ਼। ਤਾਂ ਹੀ ਤੇ ਰੋਜ਼ ਆਪਾਂ ਪੜ੍ਹਦੇ ਹਾਂ, ਕੀਰਤਨ ਵਿੱਚ ਸੁਣਦੇ ਹਾਂ ਅੰਮ੍ਰਿਤ ਵੇਲੇ ਕਿ ਸੂਰਜ ਚੜ੍ਹਨ ਤੋਂ ਪਹਿਲਾਂ, ਇਹ ਵੀ ਧਿਆਨ ਰੱਖਿਓ, ਇੱਕ ਜਿਹੜਾ ਆਸਾ ਕੀ ਵਾਰ ਦਾ ਕੀਰਤਨ ਹੁੰਦਾ ਉਹ ਸੂਰਜ ਚੜ੍ਹਨ ਤੋਂ ਪਹਿਲਾਂ ਹੀ ਹੁੰਦਾ ਨਾ। ਉਹਦਾ ਮਤਲਬ ਕਿ ਬਾਹਰ ਦਾ ਸੂਰਜ ਚੜ੍ਹਨ ਲੱਗਾ, ਚਾਨਣ ਹੋਣ ਲੱਗਾ ਹੈ। ਪਰ ਇੱਕ ਪੰਕਤੀ ਧਿਆਨ ਨਾਲ ਤੁਸੀਂ ਸੁਣ ਲਿਓ, ਅੰਮ੍ਰਿਤ ਵੇਲੇ ਜੇ ਸੌ ਚੰਦਾ ਉਗਵਹਿ ਸੂਰਜ ਚੜ੍ਹੇ ਹਜ਼ਾਰ, ਇਤੇ ਚਾਨਣ ਹੁੰਦਿਆਂ ਗੁਰ ਬਿਨ ਘੋਰ ਅੰਧਾਰ। ਕਹਿੰਦੇ ਨੇ ਇੰਨਾ ਚਾਨਣ ਬਾਹਰ ਹੋ ਜਾਏਗਾ, ਪਰ ਜੇ ਤੂੰ ਗੁਰਬਾਣੀ ਨਾਲ ਨਾ ਜੁੜਿਆ ਤੇ ਤੇਰੇ ਅੰਦਰ ਹਨੇਰੇ ਦਾ ਹਨੇਰਾ ਹੀ ਰਹਿ ਜਾਣਾ। ਦਿਨ ਤਾਂ ਚੜ ਗਿਆ, ਸੂਰਜ ਤਾਂ ਨਿਕਲ ਗਿਆ, ਬਾਹਰ ਤਾਂ ਚਾਨਣ ਹੀ ਚਾਨਣ ਹੋ ਗਿਆ, ਪਰ ਤੇਰੇ ਅੰਦਰ ਤਾਂ ਹਜੇ ਵੀ ਮੱਸਿਆ ਦੀ ਰਾਤ ਬਣੀ ਪਈ ਹੈ। ਗੁਰਬਾਣੀ ਨੇ ਤੇਰੇ ਅੰਦਰ ਚਾਨਣ ਕਰਨਾ ਹੈ। ਇਸ ਲਈ ਬਾਹਰੋਂ ਸੂਰਜ ਨਿਕਲਣ ਤੋਂ ਪਹਿਲਾਂ ਆਪਣਾ ਨਿਤਨੇਮ ਕਰ ਲੈ। ਬਾਹਰੋਂ ਸੂਰਜ ਚੜ੍ਹਨ ਤੋਂ ਪਹਿਲਾਂ ਤੂੰ ਆਪਣੀ ਨਿਤ ਦੇ ਨੇਮ ਨਾਲ ਜੁੜ ਜਾ, ਤਾਂ ਕਿ ਤੇਰੇ ਅੰਦਰ ਉਹ ਬਾਹਰ ਦਾ ਚਾਨਣ ਬਾਅਦ ਵਿੱਚ ਹੋਵੇ, ਪਰ ਤੇਰੇ ਅੰਦਰ ਚਾਨਣ ਪਹਿਲਾਂ ਹੋ ਜਾਏ, ਤੇਰੇ ਅੰਦਰ ਗੁਰਬਾਣੀ ਦਾ ਪ੍ਰਕਾਸ਼ ਪਹਿਲਾਂ ਹੋ ਜਾਏ। ਇਸ ਲਈ ਕਹਿ ਰਹੇ ਨੇ, ਕਹਿੰਦੇ ਐਸਾ ਅੰਦਰ ਛੇਕ ਹੋਇਆ ਕਿ ਪ੍ਰਕਾਸ਼ ਹੋ ਗਿਆ ਅੰਦਰ। ਦਿਲ ਅੰਧਿਆਰੀ ਜਿਹੜੀ ਰਾਤ ਬਣੀ ਸੀ ਨਾ ਉਹ ਹੁਣ ਚਾਨਣ ਵਿੱਚ ਬਦਲ ਗਈ। ਐਸਾ ਸਤਿਗੁਰੂ ਨੇ ਇੱਕ ਤੀਰ ਮਾਰ ਕੇ ਮੇਰੇ ਮਾਨਸਿਕ ਤਲ ਦੀ ਹਾਲਤ ਨੂੰ, ਵਿਗੜੀ ਹਾਲਤ ਨੂੰ ਵੀ ਸੁਧਾਰ ਦਿੱਤਾ। ਅਸੀਂ ਅੰਦਰੋਂ ਬੇਘੜੇ ਸੀ, ਅੰਦਰੋਂ ਘੜ ਦਿੱਤਾ। ਸੁਰਤ ਮਤ ਮਨ ਬੁੱਧ ਨੂੰ ਘੜ ਕੇ ਅੰਦਰੋਂ ਨਿਰੰਕਾਰ ਨਾਲ ਸਤਿਗੁਰੂ ਜੀ ਨੇ ਆਪਣੇ ਸ਼ਬਦ ਦੇ ਰਾਹੀਂ ਜੋੜ ਦਿੱਤਾ ਹੈ। ਕਬੀਰ ਨਿਰਮਲ ਬੂੰਦ ਆਕਾਸ਼ ਕੀ,
ਪਰ ਗਈ ਭੂਮ ਬਿਕਾਰ। ਹੁਣ ਅਗਲੇ ਜਿਹੜੇ 2 ਸ਼ਲੋਕ ਨੇ ਉਹਨਾਂ ਨੂੰ ਸਮਝਣਾ ਪਏਗਾ, ਕਿਉਂਕਿ ਦੋਵਾਂ ਸ਼ਲੋਕਾਂ ਦੀ ਵਿਚਾਰ ਕਰਾਂਗੇ ਤਾਂ ਸਮਝ ਆਉਣੀ ਹੈ। ਕਬੀਰ ਸਾਹਿਬ ਜੀ ਕਹਿੰਦੇ ਇੱਕ ਨਿਰਮਲ ਬੂੰਦ ਆਈ ਆਕਾਸ਼ ਤੋਂ। ਥੋੜਾ ਜਿਹਾ ਸਮਝ ਕੇ ਸੁਰਤ ਇਕਾਗਰਤਾ ਬਣਾ ਕੇ ਸਮਝਿਓ। ਜਦੋਂ ਆਸਮਾਨ ਤੋਂ ਬੂੰਦ ਆਉਂਦੀ ਹੈ ਉਹ ਬਿਲਕੁਲ ਸਾਫ਼ ਸੁਥਰੀ ਹੁੰਦੀ ਹੈ, ਤੇ ਜਦੋਂ ਉਹ ਜ਼ਮੀਨ ਤੇ ਆ ਕੇ ਡਿੱਗਦੀ ਹੈ, ਜਿਸ ਤਰ੍ਹਾਂ ਦੀ ਜ਼ਮੀਨ ਤੇ ਆ ਕੇ ਡਿੱਗੀ ਉਹਨੇ ਉਦਾਂ ਦਾ, ਜੇ ਉਹ ਬੂੰਦ ਆ ਕੇ ਚਿੱਕੜ ਵਿੱਚ ਡਿੱਗੇਗੀ ਤਾਂ ਚਿੱਕੜ ਹੀ ਹੋ ਜਾਏਗੀ। ਜੇ ਉਹ ਗੰਦੇ ਨਾਲੇ ਵਿੱਚ ਆ ਕੇ ਬੂੰਦ ਆਸਮਾਨ ਤੋਂ ਜਿਹੜੀ ਆਈ ਬੂੰਦ ਹੈ ਉਹ ਜ਼ਮੀਨ ਆਈ ਤਾਂ ਗੰਦੇ ਨਾਲੇ ਵਿੱਚ ਆ ਕੇ ਡਿੱਗੀ ਤੇ ਉਹ ਗੰਦਲੇ ਨਾਲ ਗੰਦੀ ਹੋ ਗਈ। ਜੇ ਉਹ ਸਾਫ਼ ਸੁਥਰੇ ਦਰਿਆ ਵਿੱਚ ਆ ਕੇ ਡਿੱਗੇਗੀ ਤੇ ਸਾਫ਼ ਸੁਥਰੀ ਹੋ ਗਈ। ਇੱਕ ਗੰਦਗੀ ਦੇ ਆਸਮਾਨ ਤੋਂ ਬੂੰਦ ਤਾਂ ਆ ਰਹੀ ਹੈ, ਇੱਕ ਗੰਦਗੀ ਦੇ ਢੇਰ ਉੱਤੇ ਡਿੱਗੀ ਤੇ ਇੱਕ ਫੁੱਲਾਂ ਦੇ ਬਗੀਚੇ ਉੱਤੇ ਫੁੱਲਾਂ ਦੇ ਉੱਤੇ ਆ ਕੇ ਡਿੱਗੀ। ਬਸ ਇਸੇ ਤਰ੍ਹਾਂ ਸਮਝ ਲੈਣਾ ਕਿ ਸਾਡਾ ਆ ਜਿਹੜਾ ਸਰੀਰ ਨਾ ਇਹ ਜ਼ਮੀਨ ਹੈ, ਜਿਹਦੇ ਉੱਤੇ ਆਕਾਸ਼ ਦੀ ਬੂੰਦ ਕੀ ਹੈ, ਧੁਰਕੀ ਬਾਣੀ ਆਈ। ਆ ਜਿਹੜੀ ਧੁਰੋਂ ਬਾਣੀ ਆਈ ਹੈ ਨਿਰਮਲ ਹੈ ਨਾ, ਇਹ ਪਵਿੱਤਰ ਬਾਣੀ ਹੈ। ਇਹ ਨਾਮ ਕੀ ਹੈ, ਨਿਰਅੰਜਨ, ਅੰਜਨ ਤੋਂ ਰਹਿਤ ਹੈ। ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ, ਮਨ ਕੋਏ। ਇਹ ਪਵਿੱਤਰ ਨਾਮ ਹੈ, ਇਹ ਮੈਲਾ ਨਹੀਂ ਹੋ ਸਕਦਾ। ਕਹਿਣ ਲੱਗੇ ਵੀ 2 ਤਰ੍ਹਾਂ ਦੀ ਜ਼ਮੀਨ ਸੀ, ਇੱਕ ਮਨਮੁਖ ਦੀ ਤੇ ਇੱਕ ਗੁਰਮੁਖ ਦੀ। ਮਨਮੁਖ ਦੀ ਜ਼ਮੀਨ ਵਿਕਾਰੀ ਹੋ ਗਈ ਤੇ ਗੁਰਮੁਖ ਦੀ ਜ਼ਮੀਨ ਜਿਹੜੀ ਸੀ ਗੁਣਕਾਰੀ ਸੀ। ਜਿਹੜੀ ਮਨਮੁਖ ਵਾਲੀ ਜ਼ਮੀਨ ਹੈ, ਜ਼ਮੀਨ ਦਾ ਅਰਥ ਫਿਰ ਸਮਝ ਲੈਣਾ ਸਰੀਰ, ਮਾਟੀ ਕਾ ਪੁਤਰਾ ਹੈ, ਇਹ ਮਿੱਟੀ ਦਾ ਪੁਤਲਾ, ਇਹ ਜ਼ਮੀਨ ਹੈ। ਕਹਿੰਦੇ ਆਹ ਜ਼ਮੀਨ ਇੱਕ ਉਹ ਹੈ ਜਿਹੜੀ ਵਿਕਾਰਾਂ ਨਾਲ ਭਰੀ ਹੋਈ, ਵਿਕਾਰੀ ਹੋ ਚੁੱਕੀ ਹੈ। ਇਹਦੇ ਵਿੱਚ ਗੁਣ ਕੋਈ ਨਹੀਂ ਰਿਹਾ, ਅਵਗਣ ਹੀ ਅਵਗਣ ਭਰੇ ਨੇ। ਇੱਕ ਉਹ ਹੈ ਜਿਹਦੇ ਵਿੱਚ ਅਵਗਣ ਨਹੀਂ, ਵਿਕਾਰ ਨਹੀਂ, ਸ਼ੁਭ ਗੁਣ ਹੀ ਗੁਣ ਨੇ। ਹੁਣ ਦੋਵੇਂ ਸ਼ਲੋਕ ਧਿਆਨ ਨਾਲ ਸਮਝ ਲੈਣਾ। ਕਬੀਰ ਨਿਰਮਲ ਬੂੰਦ ਆਕਾਸ਼ ਕੀ, ਜਿਹੜੀ ਆਕਾਸ਼ ਤੋਂ ਬੂੰਦ ਆਈ ਸੀ, ਪਰ ਗਈ ਭੂਮ ਵਿਕਾਰ। ਪਹਿਲੀ ਕਿੱਥੇ ਪੈ ਗਈ, ਉਸ ਭੂਮੀ ਵਿੱਚ ਜਿਹੜੀ ਵਿਕਾਰ ਨਾਲ ਭਰੀ ਹੋਈ ਸੀ। ਕਹਿੰਦੇ ਗੁਰਬਾਣੀ ਤਾਂ, ਹੁਣ ਕਈ ਕਹਿੰਦੇ ਜੀ ਗੁਰਬਾਣੀ ਤਾਂ ਪੜ੍ਹਦੇ ਆ ਪਰ ਅਸਰ ਕੋਈ ਨਹੀਂ ਹੁੰਦਾ। ਕਹਿੰਦੇ ਆ ਨਾ ਵੀ ਫਲਾਣਾ ਤੇ ਬੜੀ ਗੁਰਬਾਣੀ ਪੜ੍ਹਦਾ, ਜਦੋਂ ਵੇਖੋ ਉਦੋਂ ਹੀ ਬਾਣੀ ਪੜ੍ਹਦਾ ਹੀ ਹੁੰਦਾ, ਪਰ ਅਸਰ ਤੇ ਕੋਈ ਦਿਖਾਈ ਨਹੀਂ ਦਿੰਦਾ। ਬੜਾ ਨਾਮ ਸਿਮਰਨ ਕਰਦਾ ਹੈ, ਜਦੋਂ ਵੇਖੋ ਉਦੋਂ ਹੀ ਨਾਮ ਦੇ ਨਾਲ ਜੁੜਿਆ ਹੁੰਦਾ ਹੈ, ਪਰ ਅਸਰ ਤੇ ਦਿਖਾਈ ਨਹੀਂ ਦਿੰਦਾ। ਨਾਮ ਤੇ ਬੜਾ ਜਪਦਾ ਹੈ ਪਰ ਵਿਕਾਰੀ ਵੀ ਰੱਜ ਕੇ ਹੈ। ਨਾਮ ਤੇ ਬੜਾ ਅਭਿਆਸ ਕਰਦਾ ਹੈ ਪਰ ਕਾਮੀ ਵੀ ਰੱਜ ਕੇ, ਕਰੋਧੀ ਵੀ ਰੱਜ ਕੇ, ਲੋਭੀ ਵੀ, ਹੰਕਾਰੀ ਵੀ ਰੱਜ ਕੇ ਹੈ। ਇਹਦੇ ਉੱਤੇ ਨਾਮ ਦਾ ਅਸਰ ਤੇ ਹੁੰਦਾ ਨਹੀਂ। ਕਿਉਂ ਨਹੀਂ ਹੁੰਦਾ? ਕਿਉਂਕਿ ਜਿਨ੍ਹਾਂ ਦੇ ਕਈ ਕਹਿੰਦੇ ਜੀ ਸਾਡਾ ਮਨ ਨਹੀਂ ਟਿਕਦਾ, ਅਸੀਂ ਬੜਾ ਯਤਨ ਕਰਦੇ ਹਾਂ, ਬੜੀ ਕੋਸ਼ਿਸ਼ ਕਰਦੇ ਹਾਂ, ਬੜਾ ਪਾਠ ਕਰਦੇ ਹਾਂ, ਮਨ ਨਹੀਂ ਟਿਕਦਾ। ਸਮਝ ਲੈਣਾ ਅੰਦਰ ਅਵਗਣ ਬਹੁਤ ਨੇ, ਬਹੁਤ ਅਵਗਣ ਨੇ, ਬੜਾ ਅਭਿਆਸ ਕਰਨਾ ਪਏਗਾ। ਦੇਖੋ ਸਕੂਲ ਵਿੱਚ ਬੱਚੇ ਪੜ੍ਹਨ ਜਾਂਦੇ ਨੇ, ਕਲਾਸ ਵਿੱਚ ਬੈਠੇ ਟੀਚਰ ਆਇਆ, ਟੀਚਰ ਨੇ ਲੈਸਨ ਇੱਕ ਜਿਹੜਾ ਸੀ ਬੱਚਿਆਂ ਨੂੰ ਪੜ੍ਹਾਇਆ, ਇੱਕ ਨੂੰ ਤਾਂ ਸੁਣਦਿਆਂ ਸਾਰ ਸਮਝ ਆ ਗਈ, ਇੱਕ ਨੂੰ ਸਮਝ ਆਈ ਨਹੀਂ। ਉਹਨੂੰ ਫਿਰ ਬਕਾਇਦਾ ਬੋਰਡ ਉੱਤੇ ਲਿਖ ਕੇ ਸਮਝਾਇਆ, ਉਸ ਨੂੰ ਫਿਰ ਸਮਝ ਨਹੀਂ ਆਈ। ਉਹਨੂੰ ਸਮਝਾਉਣ ਲਈ ਥੋੜਾ ਟਾਈਮ ਲੱਗੇਗਾ। ਬੱਚੇ ਤਾਂ ਸਾਰੇ ਹੀ ਇੱਕ ਬਰਾਬਰ ਬੈਠੇ ਨੇ ਇੱਕੋ ਹੀ ਕਲਾਸ ਵਿੱਚ, ਇੱਕ ਨੂੰ ਸਮਝਾਉਣ ਲਈ ਥੋੜਾ ਜ਼ਿਆਦਾ ਹੀ ਮਿਹਨਤ ਕਰਨੀ ਪਏਗੀ, ਔਰ ਇੱਕ ਨੂੰ ਇੱਕ ਵਾਰ ਕਹਿਣ ਤੇ ਹੀ ਸਮਝ ਆ ਗਈ। ਬਸ ਇਹੀ ਸਾਡੀ ਹਾਲਤ ਹੈ। ਆਪਾਂ ਵੀ ਤੇ ਕਲਾਸ ਵਿੱਚ ਹੀ ਬੈਠੇ ਹਾਂ, ਇਹ ਵੀ ਤੇ ਕਲਾਸ ਹੀ ਹੈ ਨਾ ਜਿਹੜੀ ਲੱਗੀ ਹੋਈ ਹੈ। ਉਹ ਬਾਹਰ ਦੀ ਕਲਾਸ ਹੈ, ਸਾਡੇ ਅਧਿਆਤਮਕ ਤਲ ਦੀ ਕਲਾਸ ਹੈ। ਇੱਥੇ ਸਾਡਾ ਟੀਚਰ ਗੁਰੂ ਗ੍ਰੰਥ ਸਾਹਿਬ ਜੀ ਨੇ। ਇੱਥੇ ਕਬੀਰ ਜੀ ਜਿਹੜੇ ਆ ਉਹ ਸਾਡਾ ਟੀਚਰ ਬਣ ਕੇ ਸਾਨੂੰ ਸਿੱਖਿਆ ਦੇ ਰਹੇ, ਸਾਨੂੰ ਸਮਝਾ ਰਹੇ ਨੇ। ਤੇ ਕਬੀਰ ਸਾਹਿਬ ਜੀ ਕਹਿ ਰਹੇ ਨੇ, ਕਹਿਣ ਲੱਗੇ ਇੱਕ ਬੂੰਦ ਉਹ ਸੀ ਜਿਹੜੀ ਵਿਕਾਰੀ ਜੀਵਨ ਵਿੱਚ ਆ ਕੇ ਪਈ, ਪਰ ਉਹਦੇ ਤੇ ਅਸਰ ਨਹੀਂ ਹੋਇਆ। ਉਹਨੂੰ ਥੋੜਾ ਟਾਈਮ ਲੱਗੇਗਾ। ਅਵਗਣ ਬਹੁ, ਇਹ ਤਾਂ ਕੋਈ ਸ਼ੱਕ ਨਹੀਂ। ਸਭ ਅਵਗਣ ਮੈਂ ਗੁਣ ਨਹੀਂ ਕੋਈ, ਕਿਉਂ ਕਰ ਕੰਤ ਮਿਲਾਵਾ ਹੋਈ। ਨਾ ਮੈਂ ਰੂਪ ਨਾ ਬੰਕੇ ਨੈਣਾ, ਨਾ ਕੁਲ ਢੰਗ ਨਾ ਮੀਠੇ ਬਹਿਣਾ। ਕੋਈ ਸ਼ੱਕ ਨਹੀਂ ਹੈ, ਅੰਦਰ ਅਵਗਣ ਹੀ ਅਵਗਣ। ਹੁਣ ਉਹਨੂੰ ਟਾਈਮ ਤੇ ਲੱਗੇਗਾ।
ਉਹਨੂੰ ਹੁਣ ਬੱਚਾ ਪਹਿਲੀ ਵਾਰ ਸਕੂਲ ਵਿੱਚ ਗਿਆ, ਉਹਨੂੰ ਊੜਾ ਐੜਾ ਪਤਾ ਹੀ ਨਹੀਂ ਕੀ ਹੁੰਦਾ ਹੈ, ਕਿਤਾਬ ਖੋਲਣ ਦਾ ਨਹੀਂ ਪਤਾ, ਲਿਖਣ ਦਾ ਨਹੀਂ ਪਤਾ। ਉਹਨੂੰ ਜਾਂਦਿਆਂ ਹੀ ਤੁਸੀਂ ਕਹੋ ਵੀ ਕਿਤਾਬ ਪੜ੍ਹ ਕੇ ਸੁਣਾ ਦੇਗਾ, ਉਹਨੂੰ ਤੇ ਪਤਾ ਹੀ ਨਹੀਂ ਊੜਾ ਕਿੱਦਾਂ ਲਿਖੀਦਾ। ਉਹਨੂੰ ਤੇ ਊਂਠ ਬਣਾ ਕੇ ਨਾਲ ਸਮਝਾਉਣਾ ਪੈਣਾ ਵੀ ਇਹਨੂੰ ਊੜਾ ਕਹਿੰਦੇ ਆ, ਇਹਨੂੰ ਐੜਾ ਕਹਿੰਦੇ, ਇਹਨੂੰ ਈੜੀ ਕਹਿੰਦੇ, ਤਾਂ ਜਾ ਕੇ ਇੱਕ ਦਿਨ ਅੱਖਰ ਜੋੜ ਕੇ ਉਹ ਪੜ੍ਹਨ। ਇੱਥੇ ਇੱਕ ਹੋਰ ਬੇਨਤੀ ਕਰਨਾ ਚਾਹਾਂਗਾ, ਗੱਲ ਸਮਝਣਾ ਭਾਵਨਾ ਦੇ ਨਾਲ। ਜਦੋਂ ਕੋਈ ਗੁਰਬਾਣੀ ਪੜ੍ਹਨੀ ਸ਼ੁਰੂ ਕਰਦਾ ਨਾ, ਅਸੀਂ ਉਹਨੂੰ ਇਹੋ ਜਿਹੇ ਬੋਲ ਨਾ ਬੋਲੀਏ ਵੀ ਉਹ ਗੁਰਬਾਣੀ ਪੜ੍ਹਨੀ ਛੱਡ ਦੇਵੇ। ਉਹ ਤੇ ਅਜੇ ਬਾਣੀ ਪੜ੍ਹਨਾ ਸਿੱਖਣ ਲੱਗਾ, ਹਜੇ ਉਹਨੂੰ ਪਤਾ ਹੀ ਨਹੀਂ ਸਿਹਾਰੀ ਬਿਹਾਰੀ ਕੀ ਹੁੰਦੀ ਹੈ, ਕਿੱਥੇ ਸਿਹਾਰੀ ਨੇ ਸਾਇਲੈਂਟ ਹੋਣਾ ਜਾ ਕੇ, ਕਿੱਥੇ ਔਂਕੜ ਬੋਲਣੀ, ਕਿੱਥੇ, ਉਹਨੂੰ ਪਤਾ ਹੀ ਨਹੀਂ ਹਜੇ ਤਾਂ ਉਹ ਸਿੱਖਦਾ ਪਿਆ। ਅਸੀਂ ਪਹਿਲਾਂ ਹੀ ਉਹਨੂੰ ਐਸੇ ਬੋਲ ਕੋੜੇ ਬੋਲ ਦਿੰਦੇ ਹਾਂ, ਮੁੜ ਕੇ ਗੁਟਕਾ ਸਾਹਿਬ ਨੂੰ ਹੱਥ ਹੀ ਨਹੀਂ ਲਾਉਂਦਾ। ਅਸੀਂ ਉਹਨੂੰ ਸਮਝਾਈਏ ਵੀ ਕੋਈ ਗੱਲ ਨਹੀਂ, ਪਹਿਲੀ ਵਾਰ ਤੂੰ ਬਾਣੀ ਪੜ੍ਹੇਗਾ, ਕੁਝ ਗਲਤੀ ਕਰੇਗਾ, ਕੋਈ ਨਹੀਂ, ਕਿਉਂਕਿ ਤੂੰ ਹਜੇ ਸ਼ੁਰੂ ਕੀਤਾ ਹੈ। ਹਾਂ, ਜਿਨ੍ਹਾਂ ਨੂੰ ਸਮਝ ਆ ਗਈ ਹੈ ਗੁਰਬਾਣੀ ਦੇ, ਉਹਨਾਂ ਨੂੰ ਕਿਹਾ ਜਾ ਸਕਦਾ ਵੀ ਇੰਨੇ ਸਾਲ ਹੋ ਗਏ ਬਾਣੀ ਪੜ੍ਹਦੇ ਆ, ਹਜੇ ਵੀ ਤੂੰ ਗਲਤੀਆਂ, ਉਹਨਾਂ ਨੂੰ ਕਹਿ ਸਕਦੇ ਆ। ਪਰ ਜਿਹੜੇ ਹਜੇ ਸ਼ੁਰੂ ਕਰਦੇ ਨੇ, ਅਸੀਂ ਉਹਨਾਂ ਨੂੰ ਪਹਿਲਾਂ ਹੀ ਉਹ ਸ਼ਬਦ ਕੋੜੇ ਬੋਲ ਦਿੰਦੇ ਆ, ਉਹ ਮੁੜ ਕੇ ਗੁਰਬਾਣੀ ਪੜ੍ਹਦਾ ਹੀ ਨਹੀਂ, ਸੁਣਦਾ ਹੀ ਨਹੀਂ। ਅਸੀਂ ਉਹਨੂੰ ਡਰਾ ਹੀ ਇੰਨਾ ਦਿੰਦੇ ਆ, ਇੰਨਾ ਡਰ ਉਹਦੇ ਅੰਦਰ ਪਾ ਦਿੰਦੇ ਆ, ਉਹ ਮੁੜ ਕੇ ਜਪਜੀ ਸਾਹਿਬ ਵੀ ਪੜ੍ਹਨਾ ਛੱਡ ਦਿੰਦਾ ਹੈ। ਪਰ ਨਹੀਂ, ਉਹਨੂੰ ਹੌਸਲਾ ਦਈਏ ਵੀ ਕੋਈ ਨਹੀਂ, ਅੱਜ ਬਾਣੀ ਤੂੰ ਪੜ੍ਹਦਾ, ਸਿਹਾਰੀ ਬਿਹਾਰੀ ਨਹੀਂ ਤੈਨੂੰ ਪਤਾ ਲੱਗਦੀ, ਕੋਈ ਗੱਲ ਨਹੀਂ, ਪਿਆਰ ਨਾਲ ਸਮਝਾਈਏ। ਇੱਕ ਦਿਨ ਦੇਖੋ ਪਾਣੀ ਕਿੰਨੇ ਪਿਆਰ ਨਾਲ ਪੜ੍ਹੇਗਾ। ਪਰ ਜੇ ਪਹਿਲੇ ਦਿਨ ਹੀ ਉਹਨੂੰ ਤੁਸੀਂ 4 ਸੁਣਾ ਦਿਓਗੇ, ਡਰ ਉਹਦੇ ਅੰਦਰ ਪਾ ਦਿਓਗੇ, ਮੁੜ ਕੇ ਉਹਨੇ ਗੁਰਬਾਣੀ ਨੂੰ ਹੱਥ ਹੀ ਕੋਈ ਨਹੀਂ ਲਾਉਣਾ। ਇਸ ਲਈ ਸਮਝਣਾ ਪਏਗਾ। ਇੱਕ ਉਹ ਬੱਚਾ ਜਿਹਨੂੰ ਊੜੇ ਐੜੇ ਦਾ ਨਹੀਂ ਪਤਾ, ਇੱਕ ਉਹ ਹੈ ਜਿਹੜਾ ਅੱਖਰ ਜੋੜ ਕੇ ਤੇ ਬਾਣੀ ਜਿਹੜੀ ਹੈ, ਉਹ ਸ਼ਬਦ ਜਿਹੜਾ ਹੈ ਉਹਨੂੰ ਬੜੇ ਪਿਆਰ ਨਾਲ ਪੜ੍ਹ ਜਾਂਦਾ ਹੈ। ਅਵਸਥਾ ਹੁਣ ਇੱਕ ਪਹਿਲੀ ਕਲਾਸ ਦਾ, ਇੱਕ BA ਦੇ ਵਿੱਚ ਪੜ੍ਹਦਾ, ਫਰਕ ਤੇ ਹੈ ਨਾ। ਇੱਕ ਪਹਿਲੀ ਕਲਾਸ ਦਾ ਬੱਚਾ, ਇੱਕ 5ਵੀਂ ਦਾ, ਇੱਕ 10ਵੀਂ ਦਾ, ਇੱਕ BA ਕਲਾਸ ਦਾ, ਪੜ੍ਹਾਈ ਵਿੱਚ ਫਰਕ ਤੇ ਹੈ ਨਾ। ਹੁਣ ਤੁਸੀਂ 10ਵੀਂ ਵਾਲੇ ਬੱਚੇ ਨੂੰ ਪਹਿਲੀ ਕਲਾਸ ਦੀ ਪੜ੍ਹਾਈ ਤੇ ਪਹਿਲੀ ਵਾਲੇ ਨੂੰ 10ਵੀਂ ਦੀ ਪੜ੍ਹਾਓਗੇ, ਗੜਬੜ ਤਾਂ ਹੋਏਗੀ। ਇਸ ਲਈ ਕਬੀਰ ਸਾਹਿਬ ਜੀ ਕਹਿ ਰਹੇ ਨੇ, ਕਹਿਣ ਲੱਗੇ 2 ਤਰ੍ਹਾਂ ਦੇ ਜੀਵਨ ਨੇ, ਇੱਕ ਵਿਕਾਰਾਂ ਨਾਲ ਭਰਿਆ ਹੋਇਆ ਔਰ ਇੱਕ ਨਿਰਮਲ ਹੋ ਚੁੱਕਾ ਹੈ। ਹੁਣ ਗੁਰਬਾਣੀ ਉਹ ਵੀ ਪੜ੍ਹਦਾ ਹੈ, ਗੁਰਬਾਣੀ ਉਹ ਪੜ੍ਹਦਾ, ਉਹਦੇ ਤੇ ਅਸਰ ਨਹੀਂ ਹੁੰਦਾ, ਉਹਦੇ ਤੇ ਬੜਾ ਅਸਰ ਹੋ ਰਿਹਾ ਹੈ। ਪਹਿਲਾ ਸ਼ਲੋਕ ਕਬੀਰ ਜੀ ਜਿਹੜਾ ਉਹ ਸਮਝਾ ਰਹੇ ਨੇ, ਕਬੀਰ ਨਿਰਮਲ ਬੂੰਦ ਆਕਾਸ਼ ਕੀ ਪਰ ਗਈ ਭੂਮ ਬੇਕਾਰ। ਜਿਹੜੀ ਬੂੰਦ ਆਸਮਾਨ ਤੋਂ ਆ ਕੇ ਡਿੱਗੀ ਨਾ, ਉਹ ਉਸ ਜ਼ਮੀਨ ਤੇ ਡਿੱਗੀ ਜਿਹੜੀ ਵਿਕਾਰਾਂ ਦੇ ਨਾਲ ਭਰੀ ਹੋਈ ਸੀ। ਬਿਨ ਸੰਗਤ ਇਉ ਮਾਨਈ ਹੋਏ ਗਈ ਪਠ ਸਾਰ। ਕਬੀਰ ਜੀ ਕਹਿੰਦੇ ਜਿਹੜੀ ਵਿਕਾਰੀ ਜ਼ਮੀਨ ਤੇ ਆ ਕੇ ਬੂੰਦ ਡਿੱਗੀ ਨਾ, ਉਹਦਾ ਅਸਰ ਉਹਦੇ ਤੇ ਕੋਈ ਨਾ ਹੋਇਆ ਤੇ ਉਹ ਉਦਾਂ ਦੀ ਉਸੇ ਤਰ੍ਹਾਂ ਰਹਿ ਗਈ। ਹੁਣ ਕਿਵੇਂ ਹੈ? ਕਹਿੰਦੇ ਨੇ ਬਿਨ ਸੰਗਤ ਇਉ ਮਾਨਈ। ਇਸੇ ਤਰ੍ਹਾਂ ਹੁਣ ਤੁਸੀਂ ਉਹਨਾਂ ਮਨਮੁਖਾਂ ਨੂੰ ਜਾਣੋ ਜਿਹੜੇ ਸੰਗਤ ਤੋਂ ਬਿਨਾਂ ਨੇ, ਜਿਹੜੇ ਗੁਰਮੁਖਾਂ ਦੀ ਸੰਗਤ ਨਹੀਂ ਕਰਦੇ, ਜਿਹੜੇ ਸੱਚ ਦੇ ਮਾਰਗ ਤੇ ਤੁਰਨ ਵਾਲੇ ਰੰਗ ਰੁਤੜੀਆਂ ਰੂਹਾਂ ਦੀ ਸੰਗਤ ਨਹੀਂ ਕਰਦੇ। ਉਹਨਾਂ ਨੂੰ ਇਸ ਤਰ੍ਹਾਂ ਮੰਨੋ ਕਿ ਜਿਵੇਂ ਇੱਕ ਭੱਠੀ ਹੁੰਦੀ ਹੈ ਨਾ, ਉਸ ਭੱਠੀ ਵਿੱਚ ਅੱਗ ਬਲਦੀ ਹੋਵੇ ਤੇ ਉਹ ਬੂੰਦ ਆ ਕੇ ਡਿੱਗੇਗੀ ਤੇ ਕੀ ਹੋਏਗਾ? ਉਹ ਬੂੰਦ ਉਹਦੇ ਵਿੱਚ ਅੱਗ ਦੇ ਵਿੱਚ ਸੁੱਕ ਜਾਏਗੀ। ਸਾਡਾ ਵੀ ਤੇ ਅੰਦਰ ਭੱਠੀ ਦੀ ਤਰ੍ਹਾਂ ਬਲਦਾ ਪਿਆ ਹੈ, ਅੰਦਰ ਵਿਕਾਰਾਂ ਦੀ ਅੱਗ ਬਲਦੀ ਪਈ ਹੈ। ਭੱਠੀ ਵਾਂਗੂ ਅਸੀਂ ਵੀ ਤੇ ਤਪਦੇ ਪਏ ਹਾਂ। ਜਿਉ ਤਪਤ ਹੈ ਬਾਰੋ ਬਾਰ, ਤਪ ਤਪ ਖਪੈ ਬਹੁਤ ਬੇਕਾਰ। ਅਸੀਂ ਵੀ ਅੰਦਰੋਂ ਭੱਠੀ ਦੇ ਵਾਂਗ ਤਪਦੇ ਪਏ ਹਾਂ। ਠੀਕ ਹੈ, ਬਾਹਰੋਂ ਠੰਡੇ ਲੱਗਦੇ ਆ ਪਰ ਅੰਦਰੋਂ ਤੇ ਤਪਦੇ ਪਏ ਆ ਭੱਠੀ ਦੀ ਤਰ੍ਹਾਂ। ਅੰਦਰ ਤਾਂ ਕਹਿੰਦੇ ਭਾਂਬੜ ਅੱਗ ਦੇ ਜਿਹੜੇ ਆ ਉਹ ਬਚੇ ਹੋਏ ਬਲਦੇ ਪਏ ਨੇ। ਜਦੋਂ ਅਸੀਂ 12 ਮਹਾਂ ਦੇ ਪਾਠ ਦੀ ਆਰੰਭਤਾ ਕਰਦੇ ਆ ਨਾ, ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮਿਲੋ ਰਾਮ, ਉਹ ਪੂਰਾ ਸ਼ਬਦ ਪੜੋ। ਉਹਦੇ ਵਿੱਚ ਜ਼ਿਕਰ ਕੀਤਾ ਹੈ ਕਿ ਜਿਸ ਘਰ ਦੇ ਵਿੱਚ ਕੰਤ ਪ੍ਰਗਟ ਨਹੀਂ ਹੁੰਦਾ, ਪਰਮੇਸ਼ਵਰ ਦਾ ਨਾਮ ਜਿਸ ਘਰ ਵਿੱਚ ਪ੍ਰਗਟ ਨਹੀਂ ਹੁੰਦਾ, ਪੱਠ ਨਗਰ ਸੇ ਗ੍ਰਾਮ, ਉਹ ਗ੍ਰਾਮ ਕਹਿੰਦੇ ਨੇ ਉਹ ਨਗਰ ਜਿਹੜੇ ਨੇ ਭੱਠੀ ਦੀ ਤਰ੍ਹਾਂ ਤਪਦੇ ਨੇ। ਤੇ ਆ ਸਾਡਾ ਸਰੀਰ ਵੀ ਤਾਂ ਨਗਰ ਹੈ।
ਇਹ ਸਰੀਰ ਵੀ ਸਾਡਾ ਇੱਕ ਪਿੰਡ ਹੈ, ਸ਼ਹਿਰ ਹੈ, ਗਲੀਆਂ ਨੇ, ਬਾਜ਼ਾਰ, ਇਹ ਸਾਰਾ ਕੁਝ ਸਾਡੇ ਸਰੀਰ ਵਿੱਚ ਹੈ, ਪਰ ਇੱਕ ਭੱਠੀ ਦੀ ਤਰ੍ਹਾਂ ਅੰਦਰੋਂ ਤਪਦਾ ਪਿਆ ਹੈ। ਹੁਣ ਇੱਕ ਮਨਮੁਖ ਨੇ ਬਾਣੀ ਨੂੰ ਸੁਣਿਆ, ਪਰ ਹੋਇਆ ਕਿ ਉਹਦਾ ਅੰਦਰ ਭੱਠੀ ਦੀ ਤਰ੍ਹਾਂ ਸੀ, ਉਹ ਬਾਣੀ ਦਾ ਉਹਨਾਂ ਅਸਰ ਨਾਮ ਦਾ ਉਹਦੇ ਤੇ ਨਹੀਂ ਹੋਇਆ। ਉਹਨੂੰ ਟਾਈਮ ਲੱਗੇਗਾ, ਉਹਨੂੰ ਸਮਾਂ ਲੱਗੇਗਾ, ਕਿਉਂਕਿ ਤਪਦੇ ਹੋਏ ਨੂੰ ਵੀ ਮੇਰੇ ਮਾਲਕ ਨੇ ਕਿਤੇ ਨਾ ਕਿਤੇ ਠੰਡਾ ਕੀਤਾ ਹੈ। ਤਪਤ ਕੜਾਹਾ ਬੁਝ ਗਿਆ ਗੁਰ ਸ਼ੀਤਲ ਨਾਮ ਦਿਓ, ਤਪਦਿਆਂ ਨੂੰ ਵੀ ਠੰਡਾ ਕੀਤਾ ਹੈ, ਪਰ ਸਮਾਂ ਲੱਗੇਗਾ। ਇੱਕ ਠੰਡੇ ਹੋ ਚੁੱਕੇ ਨੇ, ਇੱਕ ਅਵਗੁਣਾ ਨਾਲ ਭਰੇ ਹੋਏ ਨੇ, ਇੱਕ ਅਵਗੁਣਾ ਨੂੰ ਆਪਣੀ ਜ਼ਿੰਦਗੀ ਚੋਂ ਦੂਰ ਕਰ ਚੁੱਕੇ ਨੇ, ਇੱਕ ਆਪਣੀ ਜ਼ਿੰਦਗੀ ਵਿੱਚੋਂ ਬੁਰਾਈਆਂ ਨੂੰ ਕੱਢ ਚੁੱਕੇ ਨੇ। ਬੂੰਦ ਉਹਨਾਂ ਤੇ ਵੀ ਆ ਕੇ ਪੈਂਦੀ, ਗੁਰਬਾਣੀ ਉਹ ਵੀ ਪੜ੍ਹਦੇ ਨੇ, ਨਾਮ ਦਾ ਸਿਮਰਨ ਅਭਿਆਸ ਜਿਹੜਾ ਉਹ ਵੀ ਕਰਦੇ ਨੇ। ਇਸ ਲਈ ਕਹਿੰਦੇ ਬਿਨ ਸੰਗਤ ਇਉ ਮਾਨਈ ਹੋਏ ਗਈ ਭੱਠ ਛਾਰ। ਜਿਵੇਂ ਬਾਹਰ ਦੀ ਆਸਮਾਨ ਦੀ ਬੂੰਦ ਭੱਠੀ ਵਿੱਚ ਆ ਕੇ ਡਿੱਗੀ ਤਾਂ ਉਹ ਸਵਾਹ ਹੋ ਗਈ। ਛਾਰ ਦਾ ਅਰਥ ਹੁੰਦਾ ਸਵਾਹ ਬਣ ਗਈ। ਇਹਦਾ ਮਤਲਬ ਹੈ ਕਿ ਮਨਮੁਖ ਦੇ ਅੰਦਰ ਜੇ ਬਾਣੀ ਜਾਏਗੀ ਪਰ ਉਹਨੂੰ ਛੇਤੀ ਕਿਤੇ ਅਸਰ ਨਹੀਂ ਹੁੰਦਾ, ਉਹਨੂੰ ਥੋੜਾ ਟਾਈਮ ਵਕਤ ਸਮਾਂ ਲੱਗਦਾ ਹੈ। ਕਬੀਰ ਨਿਰਮਲ ਬੂੰਦ ਆਕਾਸ਼ ਕੀ ਲੀਨੀ ਭੂਮ ਮਿਲਾਏ। ਦੂਜੇ ਸ਼ਲੋਕ ਵਿੱਚ ਗੱਲ ਉਹਨਾਂ ਦੀ ਕੀਤੀ ਜਿਹੜੇ ਗੁਰਮੁਖ ਨੇ, ਗੁਣਕਾਰੀ ਨੇ, ਜਿਨ੍ਹਾਂ ਵਿੱਚ ਸ਼ੁਭ ਗੁਣ ਨੇ। ਇੱਕ ਬੂੰਦ ਆ ਕੇ ਡਿੱਗੀ ਉਹ ਸੀ ਜਿੱਥੇ ਭੱਠੀ ਬਲਦੀ ਸੀ, ਉਹ ਭੱਠੀ ਵਿੱਚ ਆ ਕੇ ਉਹ ਬਲਦੀ ਹੋਈ ਅੱਗ ਦੇ ਵਿੱਚ ਆ ਕੇ ਉਹ ਸਵਾਹ ਬਣ ਗਈ। ਇੱਕ ਬੂੰਦ ਆ ਕੇ ਡਿੱਗੀ ਖੇਤਾਂ ਵਿੱਚ, ਜਿੱਥੇ ਜ਼ਿਮੀਂਦਾਰ ਹਲ ਵਾਹ ਰਿਹਾ ਸੀ, ਜਿੱਥੇ ਆ ਕੇ ਪਾਣੀ ਸਿੰਚ ਰਿਹਾ ਸੀ, ਖੇਤੀ ਕਰ ਰਿਹਾ ਸੀ, ਬੀਜ ਪਾ ਰਿਹਾ ਸੀ, ਉਹਨੂੰ ਪਾਣੀ ਦੀ ਜ਼ਰੂਰਤ ਸੀ। ਉਹ ਆ ਕੇ ਉਸ ਮਿੱਟੀ ਵਿੱਚ ਬੂੰਦ ਮਿਲ ਗਈ। ਤੇ ਜਦੋਂ ਬੂੰਦ ਆ ਕੇ, ਦੇਖੋ ਪਾਣੀ ਤਾਂ ਜ਼ਮੀਨ ਦੇ ਥੱਲੇ ਹੈ, ਪਰ ਜਦੋਂ ਕੋਈ ਖੇਤੀ ਕਰਦਾ ਹੈ, ਫਸਲ ਜਦੋਂ ਬੀਜਦਾ ਤੇ ਆਸਮਾਨ ਤੇ ਆਸ ਕਿਉਂ ਰੱਖਦਾ ਹੈ? ਕਿਉਂਕਿ ਜਿਹੜੀ ਬਰਸਾਤ ਵਾਲਾ ਜਿਹੜਾ ਮੀਂਹ ਹੈ, ਪਾਣੀ ਹੈ, ਉਹ ਫਸਲ ਲਈ ਗੁਣਕਾਰੀ ਹੈ, ਲਾਭਕਾਰੀ ਹੈ। ਕਹਿੰਦੇ ਹੁਣ ਉਹ ਇੱਕ ਉਹ ਸੀ ਕਬੀਰ ਨਿਰਮਲ ਬੂੰਦ ਆਕਾਸ਼ ਕੀ ਲੀਨੀ ਭੂਮ ਮਿਲਾਏ। ਇੱਕ ਸੀ ਗਿਰ ਪਈ, ਇੱਕ ਮਿਲਾਏ, ਦੋਵਾਂ ਵਿੱਚ ਫਰਕ ਸਮਝ ਲੈਣਾ। ਇੱਕ ਬੂੰਦ ਉਹ ਸੀ ਜਿਹੜੀ ਘੁਲ ਮਿਲ ਗਈ ਉੱਥੇ ਜਿੱਥੇ ਉਹਨੇ ਆਪਣੀ ਖੇਤੀ ਕਰਨੀ ਸੀ, ਫਸਲ ਪੈਦਾ ਕਰਨੀ ਸੀ, ਉਹਦੇ ਮਿੱਟੀ ਵਿੱਚ ਆ ਕੇ ਬੂੰਦ ਮਿਲ ਗਈ। ਤੇ ਜਦੋਂ ਮਿਲ ਗਈ ਉੱਥੇ ਫਸਲ ਬੜੀ ਰਸ ਭਰੀ ਹੋਈ, ਉੱਥੇ ਬੜਾ ਮਿੱਠਾ ਫਲ ਜਿਹੜਾ ਸੀ ਰਸ ਦੇ ਰੂਪ ਵਿੱਚ ਤਿਆਰ ਹੋਇਆ। ਇੱਕ ਉਹ ਨੇ ਜਿਹੜੇ ਗੁਰਬਾਣੀ ਪੜ੍ਹਦੇ, ਗੁਰਬਾਣੀ ਨਾਲ ਜੁੜੇ ਹੋਏ, ਸ਼ੁਭ ਗੁਣਾਂ ਵਾਲਾ ਜੀਵਨ ਰੱਖਦੇ ਨੇ। ਜਦੋਂ ਗੁਰਬਾਣੀ ਪੜ੍ਹਦੇ ਆ, ਗੁਰਬਾਣੀ ਉਹਨਾਂ ਅੰਦਰ ਘੁਲ ਮਿਲ ਜਾਂਦੀ ਹੈ। ਜਿਨ੍ਹਾਂ ਅੰਦਰ ਗੁਰਬਾਣੀ ਘੁਲ ਮਿਲ ਜਾਂਦੀ ਹੈ, ਉਹ ਭਾਵੇਂ ਇੱਥੇ ਬੈਠਣ, ਭਾਵੇਂ ਸਮਾਜ ਵਿੱਚ ਹੋਣ, ਪਰਿਵਾਰ ਵਿੱਚ ਹੋਣ, ਆਪਣੇ ਦੁਕਾਨਾਂ ਤੇ ਵਪਾਰਕ ਤਲ ਤੇ ਹੋਣ, ਉਹਨਾਂ ਅੰਦਰ ਗੁਰਬਾਣੀ ਦਾ ਅਸਰ ਰਹਿੰਦਾ ਹੈ। ਬਹੁਤ ਨੇ ਐਸੇ ਜਿਹੜੇ ਕਹਿੰਦੇ ਜੀ ਅਸੀਂ ਜਦੋਂ ਗੁਰਬਾਣੀ ਸੁਣਦੇ ਹਾਂ, ਜਦੋਂ ਗੁਰੂ ਚਰਨਾਂ 'ਚ ਰਹਿੰਦੇ ਹਾਂ, ਉਦੋਂ ਤਾਂ ਠੀਕ ਹੈ, ਪਰ ਜਦੋਂ ਅਸੀਂ ਬਾਹਰ ਨਿਕਲ ਜਾਂਦੇ ਹਾਂ ਫਿਰ ਉਦਾਂ ਦੇ ਹੀ ਹੋ ਜਾਂਦੇ ਹਾਂ। ਇਹਦਾ ਮਤਲਬ ਗੁਰਬਾਣੀ ਅੰਦਰ ਹਜੇ ਘੁਲੀ ਮਿਲੀ ਨਹੀਂ ਹੈ। ਜੇ ਗੁਰਬਾਣੀ ਅੰਦਰ ਘੁਲ ਮਿਲ ਜਾਂਦੀ ਤਾਂ ਇਹਦਾ ਅਸਰ ਹਰ ਥਾਂ ਤੇ ਰਹਿਣਾ ਸੀ, ਸਮਾਜਿਕ ਤਲ ਤੇ ਵੀ, ਪਰਿਵਾਰਕ ਤਲ ਤੇ ਵੀ, ਤੇ ਕਾਰੋਬਾਰ ਤਲ ਤੇ ਵੀ। ਤੇ ਜਦੋਂ ਗੁਰਬਾਣੀ ਦਾ ਅਸਰ ਹਰ ਥਾਂ ਤੇ ਰਹਿਣਾ ਸੀ, ਫਿਰ ਤੁਸੀਂ ਝੂਠ ਕਿੱਥੇ ਬੋਲਣਾ ਸੀ? ਜਦੋਂ ਗੁਰਬਾਣੀ ਦਾ ਅਸਰ ਹਰ ਥਾਂ ਤੇ ਰਹਿਣਾ ਸੀ, ਤੁਸੀਂ ਧੋਖਾ ਕਿਹਦੇ ਨਾਲ ਕਰਨਾ ਸੀ? ਤੁਸੀਂ ਛਲ ਕਿਹਦੇ ਨਾਲ ਕਰਨਾ ਸੀ? ਤੁਸੀਂ ਕਪਟ ਕਿਹਦੇ ਨਾਲ ਕਰਨਾ? ਤੁਸੀਂ ਗਰੀਬ ਮਾਰ ਕਿਹਦੇ ਨਾਲ ਕਰਨੀ ਸੀ? ਤੁਸੀਂ ਕਿਹਦਾ ਹੱਕ ਖੋਣਾ ਸੀ? ਇਹੀ ਕਾਰਨ ਹੈ ਕਿ ਆਪ ਜੀ ਨੂੰ ਇੱਕ ਬੇਨਤੀ ਜਿਹੜੀ ਸੀ ਕੀਤੀ ਸੀ ਕਿ ਦੇਖੋ ਹੁਣ ਜੋ ਇਹ ਮਹਾਮਾਰੀ, ਜੋ ਰੋਗ ਬਿਮਾਰੀ ਫੈਲੀ ਹੋਈ ਹੈ, ਜੋ ਇਹ ਸਮਾਂ, ਇਹ ਦਿਨ ਸਾਡੇ ਲੋਕਡਾਊਨ ਵਾਲੇ ਅੱਗੇ ਵੱਧਦੇ ਜਾ ਰਹੇ ਨੇ, ਪਰੇਸ਼ਾਨੀਆਂ ਵੀ ਵੱਧਦੀਆਂ ਜਾ ਰਹੀਆਂ। ਔਰ ਇਸ ਪਰੇਸ਼ਾਨੀ ਦੇ ਵਿੱਚ ਘਰ ਘਰ ਦੇ ਅੰਦਰ ਜਿਹੜੇ ਲੋੜਵੰਦ ਪਰਿਵਾਰ ਨੇ, ਉਹਨਾਂ ਵਾਸਤੇ ਗੁਰੂ ਘਰ ਵਿੱਚੋਂ ਲੰਗਰ ਤਿਆਰ ਕਰਕੇ ਉਹਨਾਂ ਲੋੜਵੰਦਾਂ ਤੱਕ ਵੀ ਜਿਹੜਾ ਉਹ ਪਹੁੰਚਾਇਆ ਜਾ ਰਿਹਾ ਹੈ। ਔਰ ਹਜ਼ਾਰਾਂ ਪ੍ਰਾਣੀ ਆ ਕੇ ਇਸ ਗੁਰੂ ਘਰ ਸਾਹਿਬ ਦੀ, ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਦੀ ਗੱਲ ਕਰਾਂ, ਹਜ਼ਾਰਾਂ ਪ੍ਰਾਣੀ ਆ ਕੇ ਲੰਗਰ ਜਿਹੜਾ ਉਹ ਛਕ ਰਹੇ ਨੇ। ਹਜ਼ਾਰਾਂ ਪ੍ਰਾਣੀਆਂ ਵਾਸਤੇ, ਲੋੜਵੰਦਾਂ ਵਾਸਤੇ ਲੰਗਰ ਘਰ ਘਰ ਤੱਕ, ਥਾਂ ਥਾਂ ਤੇ ਪਹੁੰਚ ਵੀ ਰਿਹਾ ਹੈ। ਔਰ ਉਸ ਦੂਜੇ ਪਾਸੇ ਉਹ ਵੀ ਪ੍ਰਾਣੀ ਨੇ ਜਿਹੜੇ ਲੰਗਰ ਵਾਸਤੇ ਰਸਤ
ਖਾਣ ਪੀਣ ਦਾ ਸਮਾਨ ਜਿਹੜਾ ਉਹ ਭੇਜਦੇ ਨੇ। ਉਹ ਇਸ ਲਈ ਇੱਥੇ ਇੱਕ ਬੇਨਤੀ ਕੀਤੀ ਸੀ ਕਿ ਜੋ ਤੁਸੀਂ ਰਸਤ ਪਾਣੀ ਭੇਜਦੇ ਹੋ ਨਾ, ਜੋ ਲੰਗਰਾਂ ਵਾਸਤੇ ਜੋ ਵੀ ਭੇਜਦੇ ਹੋ, ਭਾਵੇਂ ਮਾਇਆ ਭਾਵੇਂ ਰਸਤ, ਉਹਦੀ ਰਸੀਦ ਜ਼ਰੂਰ ਲਓ। ਉਹਦਾ ਕਾਰਨ ਪਤਾ ਕੀ ਸੀ? ਕਿ ਤੁਹਾਡੇ ਨਾਲ ਕੋਈ ਛਲ ਨਾ ਹੋ ਜਾਏ, ਕੋਈ ਧੋਖਾ ਜਿਹੜਾ ਉਹ ਨਾ ਹੋ ਜਾਏ, ਇਸ ਲਈ ਰਸੀਦ ਜ਼ਰੂਰ ਪ੍ਰਾਪਤ ਜਿਹੜੀ ਆ ਉਹ ਕਰੋ। ਹੁਣ ਕਹਿ ਰਹੇ ਨੇ ਇੱਕ ਉਹ ਬੂੰਦ ਸੀ ਜਿਹੜੀ ਭੱਠੀ ਵਿੱਚ ਪਈ, ਇੱਕ ਉਹ ਬੂੰਦ ਸੀ ਜਿਹੜੀ ਉਹਦੇ ਖੇਤ ਵਿੱਚ ਆ ਕੇ ਘੁਲ ਮਿਲ ਗਈ। ਗੁਰਮੁਖਾਂ ਨੇ ਜਦੋਂ ਬਾਣੀ ਪੜ੍ਹੀ ਤਾਂ ਗੁਰਮੁਖਾਂ ਦੇ ਅੰਦਰ ਬਾਣੀ ਘੁਲ ਮਿਲ ਗਈ। ਉਹ ਜਿੱਥੇ ਵੀ ਜਾਂਦੇ ਨੇ ਕਿਸੇ ਨਾਲ ਛਲ ਨਹੀਂ ਕਰਦੇ, ਕਿਸੇ ਨਾਲ ਕਪਟ ਨਹੀਂ ਕਰਦੇ, ਕਿਸੇ ਨਾਲ ਧੋਖਾ ਨਹੀਂ ਕਰਦੇ, ਕਿਸੇ ਦਾ ਹੱਕ ਖੋਹਦੇ ਨਹੀਂ। ਉਹ ਤਾਂ ਫਿਰ ਭਲਾਈ ਕਰਦੇ ਨੇ, ਬਸ ਉਹ ਭਲਾਈ ਦੇ ਹੀ ਕਾਰਜ ਕਰਦੇ ਨੇ, ਪਰ ਉਪਕਾਰ ਹੀ ਕਰਦੇ ਨੇ। ਫਿਰ ਸਮਾਜ ਭਾਵੇਂ ਅੱਗੋਂ ਉਹਨਾਂ ਨੂੰ ਬੁਰਾ ਕਵੇ, ਮਾੜਾ ਕਵੇ, ਭਾਵੇਂ ਉਹਨਾਂ ਦੀ ਨੇਕੀ ਨੂੰ, ਪਰਉਪਕਾਰ ਨੂੰ, ਭਲੇ ਦੇ ਕਾਰਜ ਨੂੰ ਨਾ ਸਮਝੇ, ਪਰ ਉਹ ਆਪਣਾ ਪਰਉਪਕਾਰ ਭਲੇ ਦਾ ਕਾਰਜ ਨਹੀਂ ਛੱਡਦੇ। ਸਮੇਂ-ਸਮੇਂ ਨਾਲ ਜਦੋਂ ਵੀ ਕੁਦਰਤੀ ਆਫਤ ਆਈ, ਲੋੜ ਪਈ, ਗੁਰੂ ਨਾਨਕ ਸਾਹਿਬ ਦੇ ਘਰ ਤੋਂ ਹਰ ਤਰ੍ਹਾਂ ਦੀ ਜਿਹੜੀ ਆ ਉਹ ਪਰਉਪਕਾਰ ਵਾਸਤੇ, ਭਲੇ ਦੇ ਕਾਰਜ ਵਾਸਤੇ, ਮਦਦ ਲਈ ਹੱਥ ਅੱਗੇ ਵਧੇ। ਹੁਣ ਸਮਾਜ ਅੱਗੋਂ ਉਹਦੀ ਕਦਰ ਕਰੇ ਨਾ ਕਰੇ ਉਹ ਵੱਖਰੀ ਗੱਲ ਹੈ। ਸਮਾਜ ਦੁਨੀਆ ਉਹਨੂੰ ਸਮਝੇ ਭਾਵੇਂ ਨਾ ਸਮਝੇ ਉਹ ਗੱਲ ਵੱਖਰੀ ਹੈ, ਪਰ ਇੱਥੇ ਤਾਂ ਆਖਿਆ ਤੂੰ ਬੁਰੇ ਦਾ ਵੀ ਭਲਾ ਕਰ, ਤੂੰ ਉਸ ਬੁਰੇ ਦਾ ਵੀ ਭਲਾ ਕਰ ਫਰੀਦਾ, ਬੁਰੇ ਦਾ ਭਲਾ ਕਰ। ਭਾਵੇਂ ਲੋਕ ਬੁਰਾ ਕਹਿਣ, ਮਾੜਾ ਕਹਿਣ, ਪਰ ਚੇਤੇ ਰੱਖਿਓ ਜਿਹੜਾ ਲੋੜਵੰਦਾਂ ਤੱਕ ਲੰਗਰ ਪਹੁੰਚ ਰਿਹਾ, ਅੰਨ ਦਾ ਦਾਣਾ, ਉਹ ਪਹੁੰਚ ਗੁਰੂ ਘਰ ਤੋਂ ਹੀ ਰਿਹਾ ਹੈ। ਭਾਵੇਂ ਆਪਣੇ ਉਹ ਘਰ ਦੀ ਪਰਵਾਹ ਨਾ ਕਰਨ, ਪਰ ਉਹਨਾਂ ਦੇ ਦਿਮਾਗ ਵਿੱਚ ਇਹ ਹੁੰਦਾ ਹੈ ਕਿ ਦੂਜਿਆਂ ਦੇ ਘਰ ਤੱਕ ਅੰਨ ਕਿਵੇਂ ਪਹੁੰਚਾਣਾ ਹੈ। ਖੈਰ, ਗੁਰਬਾਣੀ ਦੇ ਸ਼ਲੋਕ ਨੂੰ ਸਮਝੀਏ, ਸਮਾਂ ਵੀ ਤਕਰੀਬਨ ਸਮਾਪਤ ਹੈ। ਕਬੀਰ ਨਿਰਮਲ ਬੂੰਦ ਆਕਾਸ਼ ਕੀ ਲੀਨੀ ਭੂਮ ਮਿਲਾਏ। ਇੱਕ ਬੂੰਦ ਉਹ ਸੀ ਜਿਹੜੀ ਭੱਠੀ ਵਿੱਚ ਜਾ ਕੇ ਗਿਰ ਗਈ, ਇੱਕ ਬੂੰਦ ਉਹ ਸੀ ਜਿਹੜੀ ਕਹਿੰਦੇ ਨੇ ਭੂਮੀ ਵਿੱਚ ਮਿਲ ਗਈ, ਜਿੱਥੇ ਕਿਸਾਨ ਨੇ ਖੇਤੀ ਕੀਤੀ, ਫਸਲ ਬੜੀ ਚੰਗੀ ਪੈਦਾ ਹੋਈ। ਕਹਿੰਦੇ ਉਹ ਗੁਰਮੁਖ ਨੇ ਜਿਹੜੇ ਗੁਰਮੁਖ ਬਣ ਕੇ ਬਾਣੀ ਦਾ ਅਭਿਆਸ ਕਰਦੇ ਨੇ। ਆ ਆਕਾਸ਼ ਵਾਲੀ ਧੁਰ ਕੀ ਬਾਣੀ ਜਿਹੜੀ ਆਈ ਹੈ ਧੁਰੋਂ, ਇਹ ਬਾਣੀ ਉਹਨਾਂ ਵਿੱਚ ਘੁਲ ਮਿਲ ਜਾਂਦੀ ਹੈ। ਅਨਕ ਸਿਆਣੇ ਪਚ ਗਏ, ਨਾ ਨਿਰਵਾਰੀ ਜਾਏ। ਹੁਣ ਕਬੀਰ ਜੀ ਨੇ ਬੜੀ ਵੱਡੀ ਗੱਲ ਕਹਿ ਦਿੱਤੀ, ਸਮਝ ਲੈਣਾ। ਅਨਕ ਸਿਆਣੇ ਪਚ ਗਏ, ਜਿਹੜੇ ਬਹੁਤੇ ਸਿਆਣੇ ਸੀ ਨਾ ਲੋਕ। ਹੁਣ ਕੋਈ ਗੁਰਮੁਖ ਜਿਹਦੇ ਅੰਦਰ ਗੁਰਬਾਣੀ ਘੁਲ ਮਿਲ ਗਈ, ਕੋਈ ਉਹਨੂੰ ਕਵੇ ਤੂੰ ਧਾਗਾ ਪਾ ਲੈ, ਤਵੀਤ ਪਾ ਲੈ, ਮੜੀਆਂ ਮਸਾਂ, ਉਹ ਕਦੇ ਵੀ ਨਹੀਂ ਜਾਂਦਾ। ਉਹ ਕਹਿੰਦਾ ਮੈਂ ਤੇ ਨਹੀਂ ਕਦੇ ਜਾਣਾ ਮੜੀਆਂ ਮਸਾਣਾ ਵੱਲ, ਪਖੰਡ ਵੱਲ, ਕਰਮਕਾਂਡ ਵੱਲ। ਉਹ ਸਿਆਣੇ ਫਿਰ ਕਹਿੰਦੇ ਆਪਣੀਆਂ ਜੁਗਤੀਆਂ ਕਰ ਕਰਕੇ, ਆਪਣੇ ਜਿਹੜੇ ਨੇ ਘਾੜਤਾਂ ਘੜ ਕੇ ਕੋਸ਼ਿਸ਼ਾਂ ਕਰਦੇ ਨੇ ਕਿ ਗੁਰਮੁਖ ਨੂੰ ਮਨਮੁਖ ਕਿਵੇਂ ਬਣਾਇਆ ਜਾਏ, ਗੁਰਮੁਖ ਨੂੰ ਗੁਰੂ ਨਾਲੋਂ ਤੋੜ ਕੇ ਇਹਨੂੰ ਸੰਸਾਰ ਦੇ ਕਰਮਕਾਂਡ ਵਾਲੇ ਪਾਸੇ ਕਿਵੇਂ ਲਾਇਆ ਜਾਏ। ਕਬੀਰ ਜੀ ਕਹਿੰਦੇ ਅਨਕ ਸਿਆਣੇ ਪਚ ਗਏ, ਥੱਕ ਗਏ, ਮਰ ਮੁੱਕ ਗਏ ਅਨਕ ਸਿਆਣੇ। ਆਪਣੀ ਸਿਆਣਪ ਵਰਤ ਕੇ ਨਾ ਨਿਰਵਾਰੀ ਜਾਏ। ਜਿਹੜੀ ਬੂੰਦ ਅੰਦਰ ਮਿਲ ਗਈ ਹੈ ਨਾ, ਉਸ ਬੂੰਦ ਨੂੰ ਹੁਣ ਉਹ ਬਾਹਰ ਨਹੀਂ ਕੱਢ ਸਕਦੇ। ਜਿਹੜੀ ਗੁਰਮਤ ਅੰਦਰ ਸਾਡੇ ਦਿਮਾਗ ਵਿੱਚ ਬਹਿ ਗਈ, ਜਿਹੜੀ ਗੁਰਬਾਣੀ ਅੰਦਰ ਪੰਕਤੀ ਵਸ ਗਈ, ਹੁਣ ਸਿਆਣੇ ਜਿੰਨੇ ਮਰਜ਼ੀ ਸਿਆਣਪ ਦਿਖਾਈ ਜਾਣ, ਕੋਈ ਕਹਿਣ ਧਾਗਾ ਕਰ ਲੋ, ਆਹ ਕਰ ਲੋ, ਉਹ ਕਰ ਲੋ, ਹੁਣ ਉਹ ਅੰਦਰੋਂ ਦੀ ਗੁਰਮਤ ਨਹੀਂ ਕੱਢ ਸਕਦੇ। ਉਹ ਗੁਰਬਾਣੀ ਦੀ ਪੰਕਤੀ ਦਾ ਅਸਰ ਨਹੀਂ ਦਿਮਾਗ ਵਿੱਚੋਂ ਕੱਢ ਸਕਦੇ, ਪਰ ਸ਼ਰਤ ਕਿ ਗੁਰਬਾਣੀ ਅੰਦਰ ਘੁਲੀ ਮਿਲੀ ਹੋਣੀ ਚਾਹੀਦੀ ਹੈ। ਜਿੰਨਾ ਮਰਜ਼ੀ ਜ਼ੋਰ ਲਾ ਲੈਣ ਸਿਆਣੇ ਆਪਣੇ ਵੱਲੋਂ, ਉਹ ਗੁਰਬਾਣੀ ਨਹੀਂ ਫਿਰ ਅੰਦਰੋਂ ਕੱਢ ਸਕਦੇ। ਵਹਿਮ ਭਰਮ ਕਰਮ ਕਾਂਡ ਜਿੰਨਾ ਮਰਜ਼ੀ ਇਹ ਵਿਖਾਵਾ ਕਰ ਲੈਣ, ਪ੍ਰਚਾਰ ਕਰ ਲੈਣ, ਪਰ ਗੁਰਮੁਖ ਨੂੰ ਮਨਮੁਖ ਨਹੀਂ ਬਣਾ ਸਕਦੇ। ਇਹ ਤੇ ਉਹ ਰਾਹ ਹੈ ਜਿੱਥੇ ਖੋਪਰ ਵੀ ਲਾ ਦਿੱਤੇ ਗਏ, ਪਰ ਅੰਦਰੋਂ ਗੁਰਬਾਣੀ ਦਾ ਅਸਰ ਨਹੀਂ ਖਤਮ ਹੋਇਆ। ਬੰਦ ਕੱਟੇ ਗਏ, ਪਰ ਗੁਰਬਾਣੀ ਦਾ ਅਸਰ ਖਤਮ ਨਹੀਂ ਹੋਇਆ। ਬੱਚਿਆਂ ਦੇ ਟੁਕੜੇ ਵੀ ਕਰਕੇ ਗਲ ਵਿੱਚ ਪਾਤੇ, ਪਰ ਗੁਰਬਾਣੀ ਦਾ ਅਸਰ ਨਹੀਂ ਅੰਦਰੋਂ ਖਤਮ ਹੋਇਆ, ਕਿਉਂਕਿ ਗੁਰਬਾਣੀ ਉਹਨਾਂ ਅੰਦਰ ਘੁਲ ਮਿਲ ਗਈ ਸੀ। ਨਾ ਨਿਰਵਾਰੀ ਜਾਏ, ਉਹ ਗੁਰਬਾਣੀ ਅੰਦਰੋਂ ਕੱਢੀ ਨਹੀਂ ਜਾ ਸਕਦੀ ਉਹਨਾਂ ਦੇ, ਜਿਨ੍ਹਾਂ ਅੰਦਰ ਗੁਰਬਾਣੀ ਦਾ ਰਸ ਘੁਲ ਮਿਲ ਗਿਆ। ਇਹ ਪਾਵਨ ਸ਼ਲੋਕਾਂ ਵਿੱਚੋਂ ਦੋ ਵਿਚਾਰ ਅੱਜ ਆਪਾਂ ਪੱਲੇ ਬੰਨ੍ਹ ਕੇ ਜਾਣੀ। ਇੱਕ,
ਕਿ ਜਿਹੜਾ ਤੀਰ ਚੱਲਦਾ ਨਾ ਗੁਰਬਾਣੀ ਦਾ, ਇਹ ਕਿਤੇ ਸਾਡੇ ਮਨ ਵਿੱਚ ਆ ਕੇ ਵੱਜੇ। ਰੋਜ਼ ਅਭਿਆਸ ਕਰੋ, ਕੀਰਤਨ ਸੁਣੋ, ਕਥਾ ਸੁਣੋ, ਪਰ ਇਹ ਭਾਵਨਾ ਰੱਖ ਕੇ ਵੀ ਅੱਜ ਤੀਰ ਜ਼ਰੂਰ ਵੱਜੇ, ਗੁਰੂ ਸਾਹਿਬ ਮਿਹਰ ਕਰ ਦਿਓ। ਦੂਜਾ, ਜੋ ਗੁਰਬਾਣੀ ਪੜ੍ਹਦੇ ਹੋ, ਇੱਕ ਪੰਕਤੀ ਵੀ ਅੰਦਰ ਘੁਲ ਮਿਲ ਜਾਏਗੀ ਨਾ, ਕਿਨਕਾ ਏਕ ਜਿਸ ਜੀ ਬਸਾਵੈ ਤਾਂ ਕੀ ਮਹਿਮਾ ਗਨੀ ਨਾ ਆਵੈ। ਜਿੰਨਾ ਮਰਜੀ ਕੋਈ ਸਿਆਣਾ ਬੰਦਾ ਸਿਆਣਪ ਦਿਖਾ ਲੇ, ਪਰ ਉਹ ਸਾਡੇ ਵਿੱਚੋਂ ਗੁਰਬਾਣੀ ਦਾ ਅਸਰ ਨਹੀਂ ਖਤਮ ਕਰ ਸਕਦਾ। ਦੂਜੇ ਪਾਸੇ ਕਹਾਂ ਕਿ ਦੁਨੀਆ ਵਿੱਚ ਜਦੋਂ ਜਦੋਂ ਲੋੜ ਪਈ, ਗੁਰੂ ਨਾਨਕ ਸਾਹਿਬ ਦੇ ਘਰੋਂ ਭਲੇ ਦੇ ਕਾਰਜ ਹੋਏ। ਲੋਕ ਭਾਵੇਂ ਜਿੰਨਾ ਮਰਜੀ ਬੁਰਾ ਕਹੀ ਜਾਣ, ਨਖੇਦੀ ਕਰੀ ਜਾਣ, ਬੁਰਿਆਈ ਕਰੀ ਜਾਣ, ਪਰ ਜਿਹੜੇ ਭਲੇ ਦੇ ਕਾਰਜ ਨੇ ਉਹਨਾਂ ਦੇ ਵਿੱਚੋਂ ਕਦੀ ਹੱਥ ਪਿੱਛੇ ਨੂੰ ਨਹੀਂ ਹਟਦੇ। ਉਹ ਭਲੇ ਦੇ ਕਾਰਜ ਫਿਰ ਵੀ ਕਰਦੇ ਰਹਿੰਦੇ ਨੇ। ਕਿਉਂ? ਕਿਉਂਕਿ ਉਹਨਾਂ ਅੰਦਰ ਗੁਰਮਤ ਘੁਲ ਮਿਲ ਚੁੱਕੀ ਹੈ। ਸਤਿਗੁਰੂ ਕਿਰਪਾ ਕਰਨ। ਜੋ ਮੱਤ ਗੁਰੂ ਸਾਹਿਬ ਨੇ ਬਖਸ਼ੀ, ਸਤਿਗੁਰੂ ਦੀ ਮੱਤ ਦਾ ਆਸਰਾ ਲੈ ਕੇ ਆਪ ਜੀ ਨਾਲ ਇਹਨਾਂ ਪਾਵਨ ਸ਼ਲੋਕਾਂ ਦੀ ਵਿਚਾਰ ਦੀ ਸਾਂਝ ਪਾਈ ਹੈ। ਵਿਚਾਰਾਂ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ। ਸਤਿਗੁਰੂ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਵਾਲਾ ਜੀਵਨ ਬਖਸ਼ਣ, ਜਿਹਦੇ ਨਾਲ ਲੋਕ ਸੁਖੀਏ, ਪਰਲੋਕ ਸੁਹੇਲੇ, ਨਾਨਕ ਹਰਿ ਪ੍ਰਭ ਆਪੇ ਮਿਲੇ ਜੀਵਨ ਜਿਹੜਾ ਹੈ ਉਹ ਬਣ ਸਕੇ। ਕਬੀਰ ਸਾਹਿਬ ਜੀ ਦੇ ਪਾਵਨ ਸ਼ਲੋਕ ਆਪਣੇ ਹਿਰਦੇ ਵਿੱਚ ਵਸਾ ਲਈਏ ਜੀ। ਕਬੀਰ ਨਿਰਮਲ ਬੂੰਦ ਆਕਾਸ਼ ਕੀ, ਲੀਨੀ ਭੂਮ ਮਿਲਾਏ। ਅਨਕ ਸਿਆਣੇ ਪਚ ਗਏ, ਨਾ ਨਿਰਵਾਰੀ ਜਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮਕਲੀ ਮਹੱਲਾ ਤੀਜਾ। ਆਨੰਦ ਇੱਕ ਓੰਕਾਰ ਸਤਿ ਗੁਰ